ਅਸੀਂ ਧਰਤ ਦੀ ਰੀੜ੍ਹ ਦੇ ਹੱਡ ਪੈਰੀ, ਅਸੀਂ ਅਮੀਰਾਂ ਦੇ ਮਾਲਸ਼ੀਏ। ਉਹ ਸਾਡੇ ਸੁੱਜੇ ਪੈਰਾਂ ਨੂੰ ਵੀ ਪਿਆਰ ਕਰਦੀ, ਜਿੰਨਾ ਨਰਕ ਸਿਰਜੇ ਉਸ ਦਾ ਪਿਆਰ ਰਹਿੰਦਾ ਫਿਰ ਵੀ ਹੈ ਜਾਰੀ। ਉਹ ਧੁਰੀ ਦੁਆਲੇ ਘੁੰਮਦੀ, ਸਭ ਭੁੱਲਦੀ, ਖੁਸ਼ੀ 'ਚ ਖੀਵੀ ਹੋ ਝੋਲੀ ਭਰ ਦਿੰਦੀ। ਉਹ ਧਰਤੀ ਮਾਂ ਜੋ ਹੈ ਸਾਡੀ। ਦੋ ਸਵਾਲ ਨੇ ਵੱਡੇ ਜਿਹੜੇ ਮੇਰੇ ਮਨ ਦੇ ਵਿੱਚ ਹਮੇਸ਼ਾ ਚੱਲਦੇ ਰਹਿੰਦੇ ਨੇ, ਜਿਹੜੇ ਇਸ ਤਾਸਮਨ ਦੀ ਟੀਮ ਦੇ ਸਾਥੀ ਆ ਉਹਨਾਂ ਦੇ ਮਨ ਦੇ ਵਿੱਚ ਵੀ ਚੱਲਦੇ ਆ। ਇੱਕ ਤਾਂ ਪਹਿਲਾ ਸਵਾਲ ਹੈ ਕਿ ਜੀਵਨ ਕੀ ਆ, ਦੂਜਾ ਸਵਾਲ ਹੈ ਸਾਹਿਤ ਕੀ ਆ। ਇਹ ਜਿਹੜਾ ਸਵਾਲ ਆ, ਜਦੋਂ ਮੈਂ ਸਵੇਰੇ ਰੋਜ਼ ਉੱਠਦਾ ਮੇਰੇ ਮਨ ਦੇ ਵਿੱਚ ਮੇਰੇ ਸਵਾਲ ਹਮੇਸ਼ਾ ਆਉਂਦਾ ਵੀ ਜੀਵਨ ਹੈ ਕੀ, ਹੈ ਨਾ। ਤਾਂ ਮੈਂ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਆਇਡੈਂਟੀਫਾਈ ਕੀਤੀਆਂ ਵੀ ਜੀਵਨ ਦਰਅਸਲ ਇੱਕ ਇਹੋ ਜਿਹੇ ਸਾਡੇ ਤਜਰਬੇ ਨੇ, ਜਾਂ ਜਿਹੜੇ ਸਾਡੇ ਜੋ ਅਸੀਂ ਹੰਢਾਉਂਦੇ ਹਾਂ, ਜੋ ਅਸੀਂ ਜਾਣਦੇ ਹਾਂ, ਜੋ ਸਾਡੇ ਨਿੱਜੀ ਅਨੁਭਵ ਨੇ, ਹੈ ਨਾ। ਸੋ ਉਹ ਆ ਅਤੇ ਇਹਨਾਂ ਤੋਂ ਸਾਹਿਤ ਬਣਦਾ ਗਾ, ਲਿਟਰੇਚਰ ਬਣਦਾ ਸਾਡੇ ਅਨੁਭਵਾਂ ਦੇ ਵਿੱਚੋਂ, ਹੈ ਨਾ। ਅਤੇ ਉਹਨਾਂ ਅਨੁਭਵਾਂ 'ਚੋਂ ਜਦੋਂ ਲਿਟਰੇਚਰ ਬਣਦਾ, ਉਹ ਲਿਟਰੇਚਰ ਹੋਰਾਂ ਨੂੰ ਜਿਹੜੇ ਵਾਈਡਰ ਅਨੁਭਵ ਦਿੰਦਾ। ਅਸੀਂ ਇੱਕ ਖਿੱਤੇ 'ਚ ਇੱਕ ਖਾਸ ਥਾਂ 'ਤੇ ਬੈਠੇ ਹੁੰਦੇ ਹਾਂ, ਪਰ ਜਿਹੜੇ ਅਸੀਂ ਜੀਵਨ ਪ੍ਰਤੀ ਨਜ਼ਰੀਆ ਹੈਗਾ ਅਤੇ ਉਹ ਲਿਟਰੇਚਰ ਰਾਹੀਂ ਸਿੱਖਦੇ ਹਾਂ। ਲਿਟਰੇਚਰ ਇੱਕ ਅੱਖ ਆ, ਜਿਹਨੂੰ ਕਹਿ ਸਕਦੇ ਦੋ ਅੱਖਾਂ ਸਾਡੀਆਂ, ਤੀਜੀ ਅੱਖ ਲਿਟਰੇਚਰ ਆ। ਮੈਂ ਹੁਣ ਗੱਲ ਕਰਦਾ ਕਿ ਤਾਸਮਨ ਕੀ ਆ। ਤਾਸਮਨ ਦਰਅਸਲ ਇੱਕ ਜਿੱਦਾਂ ਕਹਿੰਦੇ ਸਮੁੰਦਰ ਆ। ਸਮੁੰਦਰ ਬਹੁਤ ਡੂੰਘਾ ਅਤੇ ਇਹਦੇ ਵਿੱਚ ਤੁਸੀਂ ਗੋਤਾ ਲਾ ਸਕਦੇ ਆ। ਗੋਤੇ ਲਾ ਕੇ ਤੁਸੀਂ ਆਪਣੇ ਹਿੱਸੇ ਦੀਆਂ ਸਿੱਪੀਆਂ, ਮੱਛੀਆਂ, ਘੋਗੇ ਚੁੱਕ ਕੇ ਲਿਆ ਸਕਦੇ ਆ, ਹੈ ਨਾ। ਜਾਂ ਉਹਨੇ ਤੁਸੀਂ ਖੂਬਸੂਰਤੀ ਦਾ ਆਨੰਦ ਮਾਣ ਸਕਦੇ ਆ, ਪਰ ਉਹ ਸਾਰੇ ਸਮੁੰਦਰ ਨੂੰ ਤੁਸੀਂ ਮਾਪ ਨਹੀਂ ਸਕਦੇ। ਸੋ ਇਹ ਵੀ ਇੱਕ ਯਤਨ ਆ ਇਹ ਸਾਰੇ ਸਿਲਸਿਲੇ ਦੇ ਵਿੱਚ। ਇਹਦੇ ਵਿੱਚ ਲਹਿੰਦਾ ਪੰਜਾਬ ਵੀ ਹੈ, ਚੜ੍ਹਦਾ ਪੰਜਾਬ ਵੀ ਹੈ, ਅਤੇ ਦੁਨੀਆ ਭਰ ਦੇ ਵਿੱਚ ਵੱਸਦਾ ਪੰਜਾਬ ਵੀ ਹੈ, ਜਿਨ੍ਹਾਂ ਦੇ ਵਿੱਚ ਅਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਵਾਲੇ ਆ। ਜਾਣੀ ਕਿ ਇਹ ਤਿੰਨ ਵੱਖ-ਵੱਖ ਖਿੱਤਿਆਂ 'ਚ ਵੰਡੇ ਹੋਏ ਪੰਜਾਬ ਦੇ ਵਿੱਚ ਪੁਲ ਆ ਕਿ ਇੱਕ ਤਾਂ ਪੰਜਾਬ ਜਿਹੜਾ ਹੋ ਗਿਆ ਲਹਿੰਦੇ ਪੰਜਾਬ ਵਾਲਾ, ਉਹ ਬਿਲਕੁਲ ਵੱਖਰੀ ਤਸਵੀਰ ਦਾ। ਇੱਕ ਚੜ੍ਹਦੇ ਪੰਜਾਬ ਵਾਲਾ, ਇੱਕ ਪ੍ਰਵਾਸੀ ਪੰਜਾਬ ਹੋ ਗਿਆ। ਪ੍ਰਵਾਸੀ ਆਸਟ੍ਰੇਲੀਆ ਵਾਲਾ ਵੀ ਹੈ ਅਤੇ ਨਿਊਜ਼ੀਲੈਂਡ ਵਾਲਾ ਵੀ ਆ। ਤਾਂ ਉਹ ਸਾਰੇ ਜਿਹੜੇ ਪੰਜਾਬ, ਤਿੰਨਾਂ ਪੰਜਾਬਾਂ ਦੀ ਜਿਹੜੀ ਗੱਲ ਆ ਉਹ ਤਾਸਮਨ ਰਾਹੀਂ ਹੁੰਦੀ ਹੈ। ਨਾਂ ਜਿਹੜਾ ਹੈਗਾ ਕਿ ਕਾਫੀ ਨਾਂ ਵਿਚਾਰ ਕੀਤੇ, ਅਤੇ ਤਾਸਮਨ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹ ਇੱਕ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿਚਕਾਰ ਜਿਹੜਾ ਸਮੁੰਦਰ ਪੈਂਦਾ ਹੈਗਾ, ਅਤੇ ਉਸ ਸਮੁੰਦਰ ਦੀ ਜਿਹੜੀ ਗੱਲ ਹੈਗੀ ਉਹ ਤਾਸਮਨ ਦੇ ਸਾਨੂੰ ਲੱਗਿਆ ਕਿ ਇਸ ਦਾ ਜਿਹੜਾ ਨਾਂ ਗਾ ਕੁਛ ਇਹੋ ਜਿਹਾ ਰੱਖਿਆ ਜਾਵੇ ਜਿਹੜਾ ਕਿ ਦੋਨਾਂ ਮੁਲਕਾਂ ਨੂੰ ਵੀ ਪ੍ਰਭਾਸ਼ਿਤ ਕਰੇ, ਥੋੜ੍ਹਾ ਲਿਟਰੇਰੀ ਵੀ ਲੱਗੇ ਅਤੇ ਉਹਦੇ ਅਰਥ ਵੀ ਹੋਣ। ਸਾਹਿਤ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ। ਆਪਾਂ ਇਹ ਨਹੀਂ ਕਹਿੰਦੇ ਵੀ ਸਾਰਾ ਕੁਛ, ਕਈ ਕਹਿੰਦੇ ਵੀ ਸਾਹਿਤ ਸਾਰਾ ਕੁਛ ਆ, ਹੈ ਨਾ। ਤੁਸੀਂ ਨਿੱਜੀ ਅਨੁਭਵਾਂ ਦੇ ਵਿੱਚੋਂ ਵੀ ਬਹੁਤ ਕੁਛ ਪ੍ਰਾਪਤ ਕਰ ਲੈਂਦੇ ਆ। ਕਈ ਬੰਦੇ ਇਹੋ ਜਿਹੇ ਵੀ ਮੈਂ ਦੇਖੇ ਆ ਕਿ ਜਿਨ੍ਹਾਂ ਨੇ ਮਤਲਬ ਪੜ੍ਹਿਆ ਨਹੀਂ, ਮਤਲਬ ਕੋਈ ਆਪਣੇ ਜੀਵਨ ਦੇ ਤਜਰਬੇ ਦੇ ਉੱਤੇ ਲਿਖਤ ਏਡੀ ਕਮਾਲ ਦੀ ਲਿਖਤੀ, ਹੈ ਨਾ। ਪਰ ਜਿਹੜਾ ਕਹਿੰਦੇ ਵੀ ਜਿਹੜਾ ਇੱਕ ਆਮ ਮਨੁੱਖ ਦੇ ਜੀਵਨ 'ਚ ਉਹਨੂੰ ਸੰਸਾਰ ਨੂੰ ਸਮਝਣ ਦਾ, ਜਿਵੇਂ ਮੈਂ ਕਿਹਾ ਵੀ ਤੀਜੀ ਅੱਖ ਹੈ, ਦੋ ਅੱਖਾਂ ਸਾਡੇ ਲੱਗੀਆਂ ਹੋਈਆਂ, ਤੀਜੀ ਅੱਖ ਲਿਟਰੇਚਰ ਆ, ਦੁਨੀਆ ਨੂੰ ਕਿਵੇਂ ਦੇਖਣਾ। ਤਾਂ ਲਿਟਰੇਚਰ ਦੀ ਅੱਜ ਦੇ ਦੌਰ ਦੇ ਵਿੱਚ ਮਨਦੀਪ ਇਕੱਲੀ ਲਿਖਤ ਹੀ ਜਿਹੜੀ ਕਹਿ ਸਕਦੇ ਹਾਂ ਕਿ ਹਾਲਾਂਕਿ ਉਹ ਵੀ ਚੀਜ਼ਾਂ ਲਿਖਤ ਤੋਂ ਸ਼ੁਰੂ ਹੁੰਦੀਆਂ ਨੇ ਵੀ ਇਕੱਲੀਆਂ ਕਿਤਾਬਾਂ ਨਹੀਂ, ਡਾਕੂਮੈਂਟਰੀਜ਼ ਵੀ ਸਾਹਿਤ ਦਾ ਹਿੱਸਾ ਗਾ, ਚੰਗੀਆਂ ਫਿਲਮਾਂ ਵੀ ਸਾਹਿਤ ਦਾ ਹਿੱਸਾ ਗਾ, ਨਾਟਕ ਵੀ ਸਾਹਿਤ ਦਾ ਹਿੱਸਾ ਨੇ, ਜਿਹੜੇ ਖੇਡੇ ਜਾਂਦੇ ਆ, ਮੰਚਿਤ ਹੁੰਦੇ ਆ, ਹੈ ਨਾ। ਸੋ ਉਹ ਵੀ ਲਿਟਰੇਚਰ ਦਾ ਹਿੱਸਾ ਨੇ। ਚੰਗੀਆਂ ਬਹਿਸਾਂ ਵੀ ਜਿਹੜਾ ਹੈਗਾ ਕਿ ਉਹ ਵੀ ਲਿਟਰੇਚਰ ਦਾ ਹਿੱਸਾ। ਤਾਂ ਮੈਂ ਸਮਝਦਾ ਵੀ ਜੇ ਤੁਸੀਂ ਜੀਵਨ ਨੂੰ, ਇੱਕ ਤਾਂ ਹੁੰਦਾ ਨਿੱਜੀ ਜੀਵਨ, ਇੱਕ ਹੁੰਦਾ ਸਮੂਹਕ ਜੀਵਨ, ਇੱਕ ਜਦੋਂ ਤੁਸੀਂ ਸਮਾਜ ਨੂੰ ਦੇਖਣ ਵਾਲੀ ਤੁਸੀਂ ਅੱਖ ਰੱਖਣੀ ਆ, ਤਾਂ ਉਹ ਲਿਟਰੇਚਰ ਦੇ ਵਿੱਚੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਸਾਹਿਤ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਿਕਲ ਕੇ ਆਉਂਦੀ ਆ। ਅਤੇ ਮਤਲਬ ਕਹਿੰਦੇ ਵੀ ਸਾਨੂੰ ਅੰਤਰਮੁਖੀ ਤੋਂ ਬਾਹਰਮੁਖੀ ਬਣਾਉਂਦੀ ਆ। ਅੰਤਰਮੁਖੀ ਅਸੀਂ ਆਪਣੇ ਅੰਦਰ ਤੋਂ ਅੰਦਰ ਵੱਲ ਵੀ ਦੇਖਣਾ ਚਾਹੀਦਾ। ਹਾਲਾਂਕਿ ਜਿਹੜਾ ਅਧਿਆਤਮਵਾਦ ਆ ਉਹ ਅੰਦਰ ਦੀ ਗੱਲ ਜ਼ਿਆਦਾ ਕਰਦਾ, ਪਰ ਅੱਜ ਦੇ ਦੌਰ ਦੇ ਵਿੱਚ ਬਾਹਰ ਦੀ ਅੱਖ ਵੀ ਇੱਕ ਹੈਗੀ ਅੱਖ। ਤਾਂ ਉਹਦੇ ਵਿੱਚ ਦੋਨਾਂ ਦੇ ਵਿਚਾਲੇ ਤਾਲਮੇਲ ਬਿਠਾਉਂਦਾ ਲਿਟਰੇਚਰ। ਮੈਨੂੰ ਲੱਗਦਾ ਕਿ ਜੇ ਮੇਰੇ ਜੀਵਨ ਦੇ ਵਿੱਚ, ਮੈਨੂੰ ਨਹੀਂ ਪਤਾ ਇਹ ਖੈਰ ਆਮੋ ਸਾਹਮਣੇ ਨੂੰ ਪਤਾ ਕਿੰਨਾ ਕੁ ਸਹਿਜ ਜਾਂ ਹੋਰ ਆ, ਪਰ ਜੇ ਮਤਲਬ ਵੀ ਮੈਨੂੰ ਅੱਜ ਕੱਲ੍ਹ ਪਤਾ ਕੀ ਲੱਗਦਾ, ਕਿਸੇ ਪ੍ਰਾਪਤੀ ਦਾ ਚਾਅ ਨਹੀਂ ਅਤੇ ਕਿਸੇ ਹਾਰ ਦੀ ਨਮੋਸ਼ੀ ਨਹੀਂ, ਜਾਂ ਉਹਦਾ ਦੁੱਖ ਨਹੀਂ ਗਾ। ਸੋ ਇਹ ਇੱਕ ਉਹ ਮੈਨੂੰ ਸਾਹਿਤ ਨੇ ਦਿੱਤਾ। ਮਤਲਬ ਵੀ ਜੇ ਕੋਈ ਮੈਂ ਮੰਨ ਲਓ ਵੀ ਕੋਈ ਮੈਂ ਬਹੁਤ ਵੱਡੀ ਪ੍ਰਾਪਤੀ ਕਰ ਲੈਂਦਾ, ਮੈਨੂੰ ਉਹਦਾ ਇੰਨਾ ਕੋਈ ਚਾਅ ਨਹੀਂ, ਮੈਂ ਨੋਟਿਸ ਕਰਦਾ ਮੈਨੂੰ ਇੰਨਾ ਚਾਅ ਨਹੀਂ ਚੜ੍ਹਦਾ ਉਹਦਾ ਕੋਈ। ਅਤੇ ਜੇ ਕੋਈ ਘਟਨਾ ਵੀ ਘਟ ਜਾਂਦੀ ਆ, ਕੋਈ ਏਡੀ ਹੋ ਜਾਂਦੀ ਆ, ਤਾਂ ਉਹਦਾ ਦੁੱਖ ਤਾਂ ਖੈਰ ਹਿਊਮਨ ਬੀਇੰਗ ਆ, ਹੈ ਨਾ, ਹੁੰਦਾ, ਪਰ ਉਸ ਰੂਪ ਦੇ ਵਿੱਚ ਨਹੀਂ ਹੁੰਦਾ, ਉਵੇਂ ਨਹੀਂ ਹੁੰਦਾ ਵੀ ਯਾਰ ਆਹ ਨਹੀਂ ਹੋਇਆ, ਐਵੇਂ ਨਹੀਂ ਹੋਇਆ। ਕਈ ਵਾਰ ਮੈਂ ਘਰੇ ਵੀ ਗੱਲ ਕਰਦਾ, ਉਹ ਮੈਨੂੰ ਘਰ ਦੇ ਕਹਿੰਦੇ ਵੀ ਇੰਨਾ ਤੂੰ ਇਸ ਗੱਲ ਦੇ ਉੱਤੇ ਰਿਐਕਟ ਕਾਹਤੋਂ ਕਰਦਾ।
ਤੇ ਮਤਲਬ ਵੀ ਤੂੰ ਇਹਨੂੰ ਰਿਐਕਟ ਕੀਤਾ ਹੀ ਨਹੀਂ। ਤਾਂ ਫਿਰ ਮੇਰੇ ਕੋਲ ਉਹਦਾ ਜਵਾਬ ਜਿਹਾ ਨਹੀਂ ਹੁੰਦਾ। ਫਿਰ ਮੈਨੂੰ ਇਹ ਲੱਗਦਾ ਵੀ ਉਹਦਾ ਜਵਾਬ ਕਿ ਲਿਟਰੇਚਰ ਹੀ ਆ, ਹੈ ਨਾ, ਵੀ ਤਾਂ ਕਰਕੇ ਐਂ ਲੱਗਦਾ ਵੀ ਉਹਦੇ ਕਰਕੇ ਵੀ ਉਹਦੇ 'ਚੋਂ, ਹਾਲਾਂਕਿ ਮੈਂ ਕੋਈ ਐਡਾ ਵੀ, ਕਿਉਂਕਿ ਮੈਂ ਦੁਨਿਆਵੀ ਮਨੁੱਖ ਹਾਂ, ਵੀ ਕਈ ਹੁੰਦੇ ਆ ਕਿ ਬਿਲਕੁਲ ਪੂਰੀ ਲਿਟਰੇਰੀ ਹੁੰਦੇ ਆ ਵੀ ਉਹ ਆਪਣਾ ਸਮਰਪਣ ਕਰ ਦਿੰਦੇ ਆ, ਵੀ ਮੈਂ ਨਾਲ ਆਪਣਾ ਕੰਮ ਵੀ ਕਰਦਾ, ਮੈਂ ਪਰਿਵਾਰ ਵੀ ਦੇਖਦਾ, ਮੈਂ ਆਪਣੀ ਨੌਕਰੀ ਵੀ ਕਰਦਾ ਅਤੇ ਨਾਲ ਮੇਰਾ ਲਿਟਰੇਚਰ, ਪਰ ਇਹ ਮੇਰੇ ਜੀਵਨ ਦਾ ਹਿੱਸਾ ਹੈ, ਅੰਗ ਆ। ਜਿਵੇਂ ਕਹਿ ਦੀ ਬਾਕੀ ਅੰਗ ਨੇ, ਬਾਹਾਂ ਨੇ, ਲੱਤਾਂ ਨੇ, ਅੱਖਾਂ ਨੇ, ਹੈ ਨਾ, ਸਿਹਰਾ। ਸੋ ਇਵੇਂ ਕਹਿ ਸਕਦੇ ਹਾਂ ਵੀ ਇਹ ਇੱਕ ਅੰਗ ਆ, ਇਹਦੇ ਬਿਨਾਂ ਮਤਲਬ ਮੈਂ ਅੰਗਹੀਨ ਜਿਹਾ ਮਹਿਸੂਸ ਕਰੂੰਗਾ। ਇੱਕ ਬਹੁਤ ਇੰਪੋਰਟੈਂਟ ਪਾਰਟ ਆ। ਤਾਸਮਨ ਜਿਹੜਾ ਕਹਿ ਸਕਦੇ ਹਾਂ ਕਿ ਅਸੀਂ 5 ਬੰਦੇ ਆ ਇਹਦੇ ਪਿੱਛੇ। ਜਿਵੇਂ ਬਾਈ ਮੈਂ ਇੱਥੇ ਨਿਊਜ਼ੀਲੈਂਡ ਬੈਠਾ, ਇੱਥੇ ਮੈਂ ਇੱਕ ਅਖਬਾਰ ਦੇ ਵਿੱਚ ਕੰਮ ਕਰਦਾ। ਬਾਈ ਹਰਮਨ ਆਸਟ੍ਰੇਲੀਆ ਦੇ ਵਿੱਚ ਬੱਸ ਚਲਾਉਂਦਾ, ਉੱਥੇ ਯੂਨੀਅਨ ਦੇ ਵਿੱਚ ਉਹ ਕੰਮ ਕਰਦਾ। ਫਿਰ ਆਪਣਾ ਵਰਿੰਦਰ ਅਲੀ ਸ਼ੇਰ ਆ, ਉਹ ਕਹਿ ਸਕਦੇ ਹਾਂ ਕਿ ਉਹਦਾ ਕੋਰੀਅਰ ਵੈਨ ਆਪਣੀ ਚਲਾਉਂਦਾ ਨੇ ਉਹ। ਫਿਰ ਬਾਈ ਸਤਪਾਲ ਭੀਖੀ ਨੇ, ਉਹ ਅਧਿਆਪਕ ਨੇ, ਪ੍ਰਾਇਮਰੀ ਸਕੂਲ ਅਧਿਆਪਕ ਨੇ, ਬਾਲ ਸਾਹਿਤ ਲਿਖਦੇ ਨੇ। ਡਾਕਟਰ ਸ਼ਮੀ ਸ਼ੰਮੀ ਆ, ਉਹ ਬਿਲਕੁਲ ਹੀ ਉਲਟ ਤਜਰਬਾ, ਉਹ ਕਾਲਜ ਦੇ ਵਿੱਚ ਪੜ੍ਹਾਉਂਦਾ, ਹੈ ਨਾ। ਸੋ ਮਤਲਬ ਇੱਕ 5 ਬੰਦਿਆਂ ਦਾ ਇੱਕ ਇੱਦਾਂ ਦਾ ਇੱਕ ਗਰੁੱਪ ਆ ਜਿਨ੍ਹਾਂ ਦੇ ਆਪਣੇ ਆਪਣੇ ਤਜਰਬੇ ਨੇ, ਆਪਣੀਆਂ ਆਪਣੀਆਂ ਸਾਂਝਾਂ ਨੇ, ਲਿਟਰੇਚਰ ਨਾਲ ਇੱਕ ਹੈਗੀ ਆ। ਪਰ ਨਾਲ ਦੀ ਨਾਲ ਉਹ ਇਹ ਸਾਰੇ ਚਾਹੁੰਦੇ ਆ ਵੀ ਅਸੀਂ ਯਾਰ ਕੁਛ ਨਾ ਕੁਛ ਕੰਟਰੀਬਿਊਟ ਕਰੀਏ, ਕਿਉਂਕਿ ਮੇਰਾ ਇਹ ਮੰਨਣਾ ਗਾ ਕਿ ਇੱਥੇ ਤੁਸੀਂ ਆਏ ਆ, ਮੈਂ 2 ਚੀਜ਼ਾਂ ਦੀ ਗੱਲ ਕਰਦਾ। ਇੱਕ ਤਾਂ ਇਹ ਹੈਗਾ ਕਿ ਸਾਨੂੰ ਇਹ ਸਾਰਿਆਂ ਨੂੰ ਪਤਾ ਕਿ ਅਸੀਂ ਇੱਕ ਦਿਨ ਆਪਣਾ ਸਫ਼ਰ ਮੁਕਾ ਕੇ ਚਲੇ ਜਾਣਾ। ਜਿਹੜਾ ਸਾਡਾ ਬਾਡੀ ਆ, ਬਾਡੀ ਨੇ ਖ਼ਤਮ ਹੋ ਜਾਣਾ, ਵਿਚਾਰ ਨੇ ਜਿਉਂਦਾ ਰਹਿਣਾ। ਤਾਂ ਉਹਦੇ ਲਈ ਇਹ ਹੈਗਾ ਕਿ ਕਈ ਵਾਰੀ ਕੀ ਹੁੰਦਾ ਸੀ, ਅਸੀਂ ਇਸ ਬਾਡੀ ਦੇ ਨਾਲ ਕੰਮ ਕਰਕੇ ਮਾਇਆ ਜੋੜੀ ਜਾਂਦੇ ਹਾਂ, ਪੈਸੇ ਬਣਾਈ ਜਾਂਦੇ ਹਾਂ, ਸਾਰਾ ਕੁਝ ਕਰੀ ਜਾਂਦੇ ਹਾਂ, ਪਰ ਵਿਚਾਰ ਦੇ ਲਈ ਕੰਮ ਨਹੀਂ ਕਰਦੇ। ਵਿਚਾਰ ਤੁਹਾਡੇ ਕੋਲੇ ਹੁੰਦੇ ਆ, ਤੁਹਾਡੇ ਕੋਲੇ ਥਾਟ ਹੁੰਦੇ ਨੇ। ਉਹ ਥਾਟ ਨੂੰ ਤੁਸੀਂ ਕਿਵੇਂ ਅੱਗੇ ਜਿਹੜਾ ਹੈਗਾ ਕਿ ਰਵਾਨਗੀ ਦੇਣੀ ਹੈਗੀ ਆ, ਉਹਦੀ ਗੱਲ ਜਿਹੜਾ ਹੈਗਾ ਕਿ ਕੋਈ ਬਹੁਤ ਘੱਟ ਲੋਕ ਕਰਦੇ ਨੇ। ਤਾਂ ਫਿਰ ਅਸੀਂ ਜਾਣੀ ਕਿ ਇਹਦੇ ਵਿੱਚ ਇਹ ਚੂਜ਼ ਕੀਤਾ ਯਾਰ ਆਪਾਂ ਨੂੰ ਕਰਨਾ ਚਾਹੀਦਾ। ਅਤੇ ਇਹਨਾਂ ਮੁਲਕਾਂ ਦੀ ਜਿਹੜੀ ਗੱਲ ਆ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਵੀ ਆਮ ਤੌਰ 'ਤੇ ਪੰਜਾਬੀ ਲਿਟਰੇਚਰ ਜਾਂ ਡਾਇਸਪੋਰਾ ਲਿਟਰੇਚਰ ਨੂੰ ਜਿਹੜਾ ਇਕੱਲਾ ਕਵਿਤਾ ਸੁਣਾਉਣ ਤੱਕ ਜਿਹੜਾ ਮਹਿਦੂਦ ਮੰਨਿਆ। ਕਿਉਂਕਿ ਸਾਡੇ ਕੋਲ ਟਾਈਮ ਥੋੜ੍ਹਾ, ਜਦੋਂ ਸਾਡੇ ਕੋਲ ਟਾਈਮ ਥੋੜ੍ਹਾ ਗਾ ਤਾਂ ਉਹਦੇ ਵਿੱਚ ਅਸੀਂ ਇਕੱਲੇ ਕਾਵਿਕ ਵਿਧਾ ਦੇ ਨਾਲ ਹੀ ਆਪਣਾ ਉਹ ਰੱਖਦੇ ਹਾਂ, ਦੂਜਿਆਂ ਤੋਂ ਨਹੀਂ। ਤਾਂ ਉਹਦੇ ਵਿੱਚ ਇਹ ਹੈ ਵੀ ਇੱਥੋਂ ਦੇ ਜਿਹੜੇ ਲੇਖਕ ਨੇ, ਇੱਥੇ ਜੋ ਪੜ੍ਹਨਾ ਚਾਹੁੰਦੇ ਆ ਜੋ, ਤਾਂ ਉਹਨਾਂ ਨੂੰ ਜਿਹੜਾ ਹੈਗਾ ਕਿ ਇੱਕ ਇਹੋ ਜਿਹੀ ਚੀਜ਼ ਦਿੱਤੀ ਜਾਵੇ ਅਤੇ ਉਹਦੇ ਵਿੱਚੋਂ ਤਾਸਮਾਨ ਨਿਕਲ ਕੇ ਆਇਆ। ਨਾ ਕਰ ਮਾਹੀਆਂ ਤੇਰੇ ਕਰਕੇ ਬੜੇ ਮੈਂ ਦੁੱਖ ਜਰ ਲਏ ਵੇ, ਅੱਖਾਂ ਵਿੱਚ ਜਾਗ ਵਸਦੀ ਵੇ, ਅੱਖਾਂ ਵਿੱਚ ਜਾਗ ਵਸਦੀ, ਨਾਲੇ ਸੁਪਨੇ ਸਮੁੰਦਰ ਤਰ ਗਏ ਵੇ, ਲੜਿਆ ਨਾ ਕਰ ਹਾਣੀਆਂ ਅੱਜ ਗੱਲ ਠੀਕ ਹੈਗੀ ਕਿ ਬੱਚੇ ਨੂੰ ਜਿਹੜਾ ਆਤਮ ਨਿਰਭਰ ਅਤੇ ਜਾਂ ਹੋਰ ਆ ਇੱਥੋਂ ਦੇ ਜਿਹੜੇ ਉਹਨਾਂ ਦੇ ਮੁਕਾਬਲਤਨ ਬਣਾਉਣਾ ਚਾਹੀਦਾ, ਹੈ ਨਾ। ਚੀਜ਼ਾਂ ਪ੍ਰਤੀ ਉਹ ਕਰਨਾ ਚਾਹੀਦਾ। ਜਿਵੇਂ ਸਾਡੇ ਤਾਂ ਇਹ ਇੱਕ ਹੋਰ ਚੀਜ਼ਾਂ ਦਾ ਕਈਆਂ ਦਾ ਹੁੰਦਾ ਵੀ ਤੂੰ ਨਹੀਂ ਤੂੰ ਪਹਿਲੇ ਨੰਬਰ 'ਤੇ ਹੀ ਆਉਣਾ, ਨਹੀਂ ਤੂੰ ਦੂਜੇ ਨੰਬਰ 'ਤੇ ਆਉਣਾ। ਇਹ ਚੀਜ਼ਾਂ ਇੱਥੇ ਵੀ ਸਾਡੇ ਨਾਲ ਅਸੀਂ ਲੈ ਕੇ ਆਏ ਹਾਂ। ਇੱਥੇ ਜਵਾਕਾਂ ਨੂੰ ਟਿਊਸ਼ਨ ਛੱਡੀ ਜਾਂਦੇ ਆ ਲੋਕ। ਮਤਲਬ ਮੈਂ ਸਮਝਦਾ ਵੀ ਸਕੂਲ ਪੜ੍ਹਿਆ ਹੈ ਨਾ ਯਾਰ, ਉਹ ਮਤਲਬ ਹੋਰ ਕਾਹੇ ਲਈ ਉਹ, ਹੈ ਨਾ, ਤੁਸੀਂ ਉਹਨਾਂ ਨੂੰ ਦਿਓ, ਫਿਰ ਉਹ ਵੀ ਜਾਂਦੇ ਆ। ਮੈਨੂੰ ਲੱਗਦਾ ਕਿ ਦੂਜੀ ਗੱਲ ਇਹ ਹੈ ਕਿ ਮੈਂ ਇਹ ਸਮਝਦਾ ਵੀ ਬਾਕੀ ਤੁਸੀਂ ਨਾ ਪ੍ਰੈਸ਼ਰ ਜਾਂ ਬੋਝ ਨਾ ਬਣੋ ਜਵਾਕ ਦੇ ਉੱਤੇ। ਉਹਨੂੰ ਜਿਹੜਾ ਕਹਿ ਸਕਦੇ ਹਾਂ ਕਿ ਉਹਨੂੰ ਜਿਹੜੀਆਂ ਚੀਜ਼ਾਂ ਨੇ ਜਾਂ ਜਿਹੜੀਆਂ ਸਾਡੀਆਂ ਇਤਿਹਾਸਕ ਮਾਨਤਾਵਾਂ ਨੇ, ਸਾਡੀ ਭਾਸ਼ਾ ਕੀ ਜਾਂ ਸਾਡਾ ਸੱਭਿਆਚਾਰ ਜਾਂ ਸਾਡਾ ਖਾਦ ਖਾਣਾ ਵੀ ਹੈਗਾ, ਉਹਨੇ ਤੁਸੀਂ ਦੇਵੋ, ਉਹਨੂੰ ਥੋਪੋ ਨਾ। ਹੋ ਸਕਦਾ ਉਹਦੀ ਉਸ ਚੀਜ਼ ਨੂੰ ਗ੍ਰਹਿਣ ਕਰਨ ਦੀ ਮਤਲਬ ਜਾਂ ਉਹਦੀ ਜਿਹੜਾ ਉਹ ਹੋਵੇ, ਹੈ ਨਾ। ਅਤੇ ਦੂਜੀ ਗੱਲ ਇਹ ਹੈ ਵੀ ਉਹਨੂੰ ਇਹ ਵੀ ਨਾ, ਕਈ ਮਾਪੇ ਇਹੋ ਜਿਹੇ ਵੀ ਮੈਂ ਦੇਖੇ ਨਾ ਮੁਲਕਾਂ 'ਚ, ਉਹ ਇੱਥੋਂ ਦਾ ਵੀ ਸਾਡੇ ਬੱਚੇ ਤਾਂ ਆਏ ਆ, ਉਸ ਨੂੰ ਵੀ ਮਾਣ ਮਹਿਸੂਸ ਕਰਦੇ ਆ, ਉਹਨੂੰ ਵੀ ਮਾਣ ਦੇ ਵਿੱਚ ਪੇਸ਼ ਕਰਦੇ ਵੀ ਨਹੀਂ ਉਹ ਤਾਂ ਇੱਥੋਂ ਦੇ ਬੌਰਨ ਆ, ਹੈ ਨਾ। ਸੋ ਇਹ ਤਾਂ ਆਏ ਆ, ਇਹ ਤਾਂ ਇਹਨਾਂ ਦਾ ਇੱਦਾਂ ਦਾ ਕਲਚਰ ਇਹ ਆ। ਮਤਲਬ ਮੇਰਾ ਇਹ ਮੰਨਣਾ ਕਿ ਬੱਚੇ ਨੂੰ ਵੀ ਵਹਿੰਦੇ ਪਾਣੀ ਨੂੰ ਵਹਿਣ ਦਿਓ। ਉਹਦੇ ਨਾਲ ਤੁਸੀਂ ਉਹ ਜਿਵੇਂ ਜਦੋਂ ਤੂੰ ਕਹਿੰਦਾ ਕੋਇਕ, ਕੀ ਕਹਿੰਦੇ ਕਿਹੜੀ ਉਹ ਚੱਲਦੀ ਹੁੰਦੀ ਹੈ ਕਿਸ਼ਤੀ ਜੀ, ਉਹ ਕਾਇਕ। ਹਾਂ, ਸੋ ਕਾਇਕ ਜਿਹੜੀ ਹੈਗੀ ਹੈ ਕਿ ਉਹ ਤੁਸੀਂ ਮਾੜੀ ਫਲੋਟ ਹੀ ਕਰਨੀ ਹੈ, ਤੁਸੀਂ ਦਿਸ਼ਾ ਦੇਣੀ ਹੈ। ਉਹ ਮਤਲਬ ਉਹਦੇ ਤੁਸੀਂ ਬਹਿ ਗਏ ਅਤੇ ਉਹਨੇ ਮਤਲਬ ਜਿਹੜਾ ਕਹਿ ਸਕਦੇ ਆ ਕਿ ਉਹ ਕਰਨਾ ਉਹ ਆਪ ਆ, ਤੁਸੀਂ ਉਹਨੂੰ ਦੱਸ ਦੇਣਾ ਪੁੱਤ ਐਂ ਚੱਪੂ ਮਾਰਨਾ ਬਸ, ਉਹ ਤੋਂ ਬਾਅਦ ਉਹਨੇ ਰੁੜਨਾ ਆਪ ਆ। ਸੋ ਇਹ ਜਿਹੜੀ ਚੀਜ਼ ਆ ਤੁਸੀਂ ਕਰਨ ਦਿਓ। ਹਾਂ, ਮੈਨੂੰ ਲੱਗਦਾ ਵੀ ਭਾਸ਼ਾ ਜ਼ਰੂਰ ਦੇਣੀ ਚਾਹੀਦੀ ਹੈ। ਭਾਸ਼ਾ ਜਿਹੜੀ ਤੁਸੀਂ ਆ ਇੱਕ ਐਟਲੀਸਟ ਇੱਕ ਪੀੜ੍ਹੀ ਨੂੰ ਇਮਾਨਦਾਰੀ ਨਾਲ ਦੇਣੀ ਚਾਹੀਦੀ ਹੈ ਤੁਹਾਨੂੰ। ਜਿਹੜੇ ਪਿੰਡਾਂ 'ਚੋਂ ਆਏ ਆ, ਜਿਹੜੇ ਟੁੱਟੇ ਹੋਏ ਆ, 20 ਸਾਲ ਹੋ ਗਏ ਇੱਥੇ ਆਪਾਂ ਚੱਕਰ ਦੇ ਵਿੱਚੋਂ ਚੱਲ ਰਹੇ ਹਾਂ, ਹੈ ਨਾ, ਸਾਰੇ ਕਾਹੇ ਦੇ ਵਿੱਚ ਇਹ ਕਹਾਣੀਆਂ, ਉਹਨਾਂ ਦੇ ਪਾਤਰ ਥੋੜ੍ਹੇ ਨੇੜੇ ਫਿਰਦੇ ਆ। ਜੇ ਤੁਸੀਂ ਪੜ੍ਹੋਗੇ ਨਾ, ਥੋੜ੍ਹੀਆਂ ਯਾਦਾਂ ਵੀ ਤਾਜ਼ੀਆਂ ਹੁੰਦੀਆਂ।
ਇੱਕ ਤਾਂ ਹੁੰਦਾ ਹੈਗਾ ਵੀ ਲਿਟਰੇਚਰ ਦੇ ਵਿੱਚ ਤੁਸੀਂ ਪ੍ਰਾਪਤ ਕਰ ਰਹੇ ਆ ਵਰਲਡ ਕਲਾਸਿਕ ਲਿਟਰੇਚਰ ਕੀ ਆ, ਦੁਨੀਆ ਦੀ ਪੋਲਿਟਿਕਸ ਦੀ ਸਮਝ ਕੀ ਆ, ਅਧਿਆਤਮਵਾਦ ਦੀ ਸਮਝ ਕੀ ਆ, ਜੀਵਨ ਦੀ ਸਮਝ ਕੀ ਆ, ਸੂਖਮਤਾ ਦੀ ਸਮਝ ਕੀ ਆ, ਪਰ ਉਹਦੇ ਨਾਲ ਲਿਟਰੇਚਰ ਤੁਹਾਡੀਆਂ ਯਾਦਾਂ ਜਿਹੜੀਆਂ ਹੈਗੀਆਂ, ਜਿਹੜੀਆਂ ਤੁਸੀਂ ਜਿਨ੍ਹਾਂ ਤੋਂ ਟੁੱਟਦੇ ਜਾ ਰਹੇ ਆ, ਜਿਹੜੀਆਂ ਸਾਥੋਂ ਵਿਸਰਦੀਆਂ ਜਾ ਰਹੀਆਂ ਨੇ, ਉਹ ਵੀ ਇਹ ਚੇਤ ਰੂਪ ਦੇ ਵਿੱਚ ਸਾਨੂੰ ਇਹ ਵੰਡਦਾ ਰਹਿੰਦਾ। ਤੋ ਇਹੀ ਜਿਹੜੀ ਪ੍ਰਗਟ ਸਤੌਜ ਦੀ ਕਹਾਣੀ ਹੈ, ਮਤਲਬ ਐਂ ਆ ਵੀ ਯਾਰ ਅਸੀਂ ਟੁੱਟੀ ਵੀ ਜਾਂਦੇ ਹਾਂ, ਅਸੀਂ ਜੁੜੀ ਵੀ ਜਾਂਦੇ ਹਾਂ, ਅਸੀਂ ਸਮਝੀ ਵੀ ਜਾਂਦੇ ਹਾਂ, ਅਸੀਂ ਜਾਣੀ ਵੀ ਜਾਂਦੇ ਹਾਂ, ਸਾਰਾ ਕੁਛ ਹੈ ਨਾ ਨਾਲ ਜਿਹੜਾ ਹੈਗਾ ਕਿ ਚੱਲਦਾ ਹੈਗਾ। ਨਾ ਭੁੱਲਣ ਵਾਲੀ ਗੱਲ ਲੋਕ ਕਦੇ ਨਹੀਂ ਭੁੱਲਦੇ, ਪੀੜ੍ਹੀ ਦਰ ਪੀੜ੍ਹੀ ਸਦਾ ਯਾਦ ਰੱਖਦੇ, ਦੱਬੀਆਂ ਦਬਾਈਆਂ ਗੱਲਾਂ ਇਹ ਵੀ ਯਾਦ ਰੱਖਣਗੇ। ਇੱਕ ਬਾਦਸ਼ਾਹ ਸੀ, ਇੱਕ ਬਾਦਸ਼ਾਹ ਹੁੰਦੇ ਵੀ ਤਮਾਮ ਉਮਰ ਜਿਸ ਨੂੰ ਗਵਾਚ ਜਾਣ ਦਾ ਡਰ ਸੀ। ਸਾਡੇ ਖੇਤਾਂ ਕੋਲ ਖੂਹ ਹੁੰਦਾ ਸੀ। ਇਹਨਾਂ ਮੁਲਕਾਂ 'ਚ ਆ ਕੇ ਨਾ ਜਿਹੜਾ ਸਾਡਾ ਜੀਵਨ ਜਿਹੜਾ ਚੱਕਾ ਗਾ, ਜਿਹੜਾ ਇੱਕ ਲਾਈਫ ਵਾਲਾ ਚੱਕਾ ਗਾ, ਆਰਥਿਕਤਾ ਵਾਲਾ ਚੱਕਾ ਗਾ, ਉਹ ਤੁਹਾਡੇ 'ਤੇ ਨਾ ਹਾਵੀ ਹੋ ਜਾਂਦਾ, ਉਹ ਤੁਹਾਡੇ 'ਤੇ ਭਾਰੀ ਹੋ ਜਾਂਦਾ। ਤੁਸੀਂ ਉਹਦੇ ਬਰਾਬਰ ਆਪਣੇ ਆਪ ਨੂੰ ਫਿੱਟ ਨਹੀਂ ਬਹਿੰਦੇ। ਮੈਂ ਜਦੋਂ ਦਾ ਮੈਨੂੰ 6 ਸਾਲ ਹੋ ਗਏ ਨਿਊਜ਼ੀਲੈਂਡ ਆਏ ਨੂੰ, ਮੈਂ ਪਹਿਲਾ ਯਤਨ ਮੇਰਾ ਹਮੇਸ਼ਾ ਰਿਹਾ ਕਿ ਜਿਹੜਾ ਇਹ ਚੱਕਰ ਆ ਜਿਹਨੂੰ ਆਪਾਂ ਕਹਿੰਦੇ ਜਾਂਦੇ, ਜਿਹਦੀ ਰੁਦਨ ਦੇ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਵੀ ਲਿਖੀ ਜਾਂਦੀਆਂ, ਲਿਟਰੇਚਰ ਵੀ ਲਿਖਿਆ ਜਾਂਦਾ, ਉਹ ਚੱਕਾ ਮੇਰੇ 'ਤੇ ਹਾਵੀ ਨਾ ਹੋਵੇ। ਅਤੇ ਮੈਂ ਕਿਸੇ ਹੱਦ ਤੱਕ ਇਸ ਗੱਲ ਦੇ ਉੱਤੇ ਸਫਲ ਵੀ ਰਿਹਾ ਕਿ ਸਾਰਾ ਕੁਛ ਕਰਦੇ ਹੋਏ, ਹਾਲਾਂਕਿ ਮੈਂ ਕਈਆਂ ਤੋਂ ਆਰਥਿਕ ਤੌਰ ਦੇ ਉੱਤੇ ਪਿੱਛੇ ਹੋਊਂਗਾ ਜਿਹਦਾ ਮੈਨੂੰ ਕੋਈ ਰੰਜ ਨਹੀਂ, ਪਰ ਮੈਂ ਜੀਵਨ ਪ੍ਰਤੀ ਜਿਹੜਾ ਕਹਿ ਸਕਦੇ ਹਾਂ ਕਿ ਉਹ ਚੱਕੇ ਦੇ ਬਰਾਬਰ ਚੱਲਦਾ। ਅਤੇ ਉਹ ਚੱਕੇ ਦੇ ਬਰਾਬਰ ਦੇ ਵਿੱਚੋਂ ਹੀ ਲਿਟਰੇਚਰ ਪੜ੍ਹਨ ਨੂੰ ਵੀ ਟਾਈਮ ਮਿਲ ਜਾਂਦਾ, ਕੁਝ ਡਾਕੂਮੈਂਟਰੀ ਦੇਖਣ ਨੂੰ ਵੀ ਟਾਈਮ ਮਿਲ ਜਾਂਦਾ, ਫਿਲਮਾਂ ਦੇਖਣ ਨੂੰ ਵੀ ਟਾਈਮ ਮਿਲ ਜਾਂਦਾ, ਅਤੇ ਸੋਚਣ ਨੂੰ ਵੀ ਟਾਈਮ ਮਿਲ ਜਾਂਦਾ, ਅਤੇ ਕੁਝ ਇਹੋ ਜਿਹਾ ਕ੍ਰੀਏਟਿਵ ਕਰਨ ਨੂੰ ਵੀ ਟਾਈਮ ਮਿਲ ਜਾਂਦਾ। ਕਈ ਵਾਰ ਕੀ ਹੁੰਦਾ ਕਿ ਅਸੀਂ ਸਮਝ ਉਹਨੂੰ ਮਤਲਬ ਸਾਰਾ ਕੁਝ ਦੇਖਦੇ ਦੇਖਦੇ ਚੱਕੇ ਨੂੰ ਆਪਣੇ ਤੋਂ ਤੇਜ਼ ਕਰ ਦਿੰਦੇ ਹਾਂ। ਜਿੰਨੀ ਮੇਰੀ ਬਾਡੀ ਦੀ ਸਮਰੱਥਾ, ਜਿੰਨੀ ਮੇਰੀ ਮਾਨਸਿਕ ਸਮਰੱਥਾ, ਮੈਂ ਉਹਦੇ ਮੁਤਾਬਕ ਆਪਣੇ ਚੱਕੇ ਨੂੰ ਤੇਜ਼ ਨਹੀਂ ਹੋਣ ਦਿੱਤਾ 6.25 ਸਾਲਾਂ ਦੇ ਵਿੱਚ ਨਿਊਜ਼ੀਲੈਂਡ ਆ ਕੇ, ਹੈ ਨਾ। ਉਹਦੇ ਵਿੱਚ ਫਿਰ ਮੇਰੇ ਕੋਲ ਸਾਰਾ ਕਿਸੇ ਲਈ ਟਾਈਮ ਆ। ਤੁਸੀਂ ਦੇਖੋ ਗੱਲ ਕਿ ਬੰਦੇ ਬਹਾਨੇ ਬਹੁਤ ਮਾਰਦੇ ਆ ਵੀ ਯਾਰ ਮੈਂ ਤਾਂ ਕਰ ਨਹੀਂ ਸਕਦਾ, ਮੈਂ ਤਾਂ ਇੱਦਾਂ ਹੈਗਾ। ਇਸ ਮੁਲਕ ਦੇ ਵਿੱਚ ਆ ਕੇ ਤੁਸੀਂ ਆਪਣੇ ਤਰੀਕੇ ਨਾਲ ਕੰਮ ਕਰ ਸਕਦੇ ਆ। ਤੁਸੀਂ ਉਹ ਹੌਲੀ ਹੌਲੀ ਉਹ ਸਥਿਤੀਆਂ ਪਰਿਸਥਿਤੀਆਂ, ਹਾਂ ਹੋ ਸਕਦਾ ਵੀ ਸਾਲ 2 ਸਾਲ ਨਾ ਬਣਨ, ਪਰ ਤੁਸੀਂ ਬਣਾ ਲੈਂਦੇ ਆ ਸਥਿਤੀਆਂ ਪਰਿਸਥਿਤੀਆਂ। ਫਿਰ ਤੁਹਾਡੀ ਆਪਣਾ ਇੱਕ ਲੈਵਲ ਆ ਵੀ ਮੇਰਾ ਯਾਰ ਸੰਤੁਸ਼ਟੀ ਲੈਵਲ ਜਿਹੜਾ ਆਰਥਿਕ ਤੌਰ ਦੇ ਜੀਵਨ ਉਹ ਕਿੰਨਾ ਗਾ, ਤਾਂ ਉਹਦੇ ਵਿੱਚ ਫਿਰ ਇਹ ਚੀਜ਼ਾਂ ਕੱਢਣੀਆਂ ਪੈਣਗੀਆਂ। ਅਤੇ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਜੇ ਹੋਰ ਕੰਮਾਂ ਲਈ ਅੱਜ ਕੱਲ੍ਹ ਤੁਸੀਂ ਜਦੋਂ ਬੈਠੇ, ਮੈਂ ਇੱਥੇ ਦੇਖਦਾ ਟਿਕਟੋਕ 'ਤੇ ਮਤਲਬ ਘੰਟੇ ਕੱਢ ਦਿੰਦੇ ਆ। ਕਈ ਵਾਰ ਮੈਂ ਵੀ ਸੋਸ਼ਲ ਮੀਡੀਆ 'ਤੇ ਫੇਸਬੁੱਕ ਦੇ ਉੱਤੇ ਟਾਈਮ ਕੱਢ ਦਿੰਦਾ, ਪਰ ਮਤਲਬ ਜਿਹੜਾ ਟਰਾਈ ਹੁੰਦੀ ਹੈ ਵੀ ਪਰ ਉਹਦੇ ਵਿੱਚੋਂ ਕੁਛ ਨਾ ਕੁਛ ਚੀਜ਼ ਕੱਢੀ ਜਾਵੇ। ਇਹ ਨਹੀਂ ਗੱਲ ਹੈਗੀ ਵੀ ਮੇਰਾ ਕੀ ਹੁੰਦਾ ਨਾ ਵੀ ਲਿਟਰੇਚਰ ਪੜ੍ਹਨ ਲਈ ਮੇਰੇ ਕੋਲ 2-3 ਘੰਟੇ ਡੇਲੀ ਫਾਲਤੂ ਆ। ਮਤਲਬ ਮੈਂ ਮੰਨਦਾ ਵੀ 2-3 ਘੰਟੇ ਮੇਰੇ ਕੋਲ ਫਾਲਤੂ, ਸਾਰੇ ਕੰਮ ਕਰਕੇ ਮੈਂ ਵੋਕ ਵੀ ਕਰਿਆ ਆਉਣਾ, ਮੈਂ 8-7 ਘੰਟੇ ਕੰਮ ਵੀ ਕਰਦਾ। ਉਹ ਤੋਂ ਇਲਾਵਾ ਅਤੇ ਮੈਂ ਘਰ ਦੇ ਵੀ ਕੰਮ ਕਰਦਾ, ਜਵਾਕਾਂ ਨੂੰ ਸਕੂਲ ਛੱਡਦਾ, ਈਵਨ ਮੈਂ ਕਿਚਨ ਦੇ ਵਿੱਚ ਵੀ ਹੈ ਨਾ ਮਦਦ ਆਪਣੀ ਵਾਈਫ ਦੀ ਕਰਦਾ, ਅਤੇ ਕੋਈ ਘਰ ਦੇ ਸੌਦਾ ਪੱਤਾ ਲੈ ਕੇ ਆਉਣਾ ਉਹ ਵੀ ਕੰਮ ਕਰਦਾ। ਸਾਰੇ ਕਰਕੇ ਫਿਰ ਵੀ ਮੇਰੇ ਕੋਲ 3-4 ਘੰਟੇ, 8 ਘੰਟੇ ਸੌਣਾ ਵੀ ਆ, 8 ਘੰਟੇ ਤੋਂ ਮੈਂ ਘੱਟ ਕਦੇ ਨਹੀਂ ਸੁੱਤਾ। ਅਤੇ ਮਤਲਬ 3-4 ਘੰਟੇ ਮੇਰੇ ਕੋਲ ਨਿਕਲ ਜਾਂਦੇ ਆ, ਬਚ ਜਾਂਦੇ ਆ। ਉਹ ਕਰਕੇ ਵੀ ਮਨਦੀਪ ਜੀ ਫਿਰ ਉਹਦੇ 'ਚ ਹੁੰਦਾ ਵੀ ਕਈ ਵਾਰੀ ਹੁੰਦਾ ਵੀ ਮੈਂ ਕਿਤਾਬ ਛੇੜੀ ਵੀ ਆ ਅਤੇ ਮੈਂ 5-7 ਦਿਨ ਲਗਾਤਾਰ ਪੜ੍ਹਦਾ ਹੀ ਰਹਿੰਦਾ। ਕਈ ਵਾਰੀ 5-7 ਦਿਨ ਲਗਾਤਾਰ ਫਿਲਮਾਂ ਹੀ ਦੇਖਦਾ, ਕਈ ਵਾਰ 5-7 ਦਿਨ ਡਾਕੂਮੈਂਟਰੀ ਦੇਖਦਾ, ਕਈ ਵਾਰ 5-7 ਦਿਨ ਟਰੈਵਲਿੰਗ ਜਿਹੜੇ ਬਲੌਗ ਹੀ ਦੇਖਦਾ। ਸੋ ਮੇਰਾ ਇੱਦਾਂ ਹੈਗਾ ਵੀ ਮੈਂ ਇੱਦਾਂ ਫਿਰ ਜਦੋਂ ਉਹਦੇ ਮੈਂ ਅੱਕ ਜਾਂਦਾ 5-7 ਦਿਨ ਕਰਕੇ, ਫਿਰ ਮੈਂ ਕਿਤਾਬ ਚੱਕ ਲੈਂਦਾ। ਮੈਂ ਕੁਛ 4-5 ਕਿਤਾਬਾਂ ਦੀ ਗੱਲ ਕਰੂੰਗਾ। ਹੁਣ ਫਾਰ ਐਗਜ਼ਾਮਪਲ ਅਸੀਂ ਬੋਰਸ ਦੀ ਅਸਲੀ ਇਨਸਾਨ ਦੀ ਕਹਾਣੀ ਪੜ੍ਹਦੇ ਹਾਂ, ਉਹ ਸਾਡੇ ਅੰਦਰ ਇੱਕ ਜਜ਼ਬਾ ਪੈਦਾ ਕਰ ਦਿੰਦੀ ਹੈ ਵੀ ਯਾਰ ਐਂ ਵੀ ਜੀਵਨ ਜਿਉਇਆ ਜਾ ਸਕਦਾ। ਦੂਜੇ ਪਾਸੇ ਉਹ ਤੋਂ ਫਿਰ ਸਿੱਧਾ ਆ ਕੇ ਅਸੀਂ ਸਾਡਾ ਆਪਣੇ ਲਹੂ ਦੀ ਲੋ ਪੜ੍ਹਦੇ ਹਾਂ, ਆਪਣਾ ਬਾਬੇ ਕਮਲ ਦਾ, ਜਸਵੰਤ ਕਮਲ ਹੋਰਾਂ ਦਾ ਨਾਵਲ। ਫਿਰ ਸਾਨੂੰ ਪਤਾ ਲੱਗਦਾ ਵੀ ਯਾਰ ਲੜਦੇ ਕਿਵੇਂ ਆ, ਬਿਨਾਂ ਕੁਛ ਹੁੰਦਿਆਂ ਵੀ ਲੜਾਈ ਲੜੀ ਜਾਂਦੀ ਹੈ ਨਾ। ਫਿਰ ਤੁਸੀਂ ਉੱਥੋਂ ਸਿੱਧਾ ਮੈਂ ਸਵਿੱਚ ਆਫ ਕਰਕੇ ਮੈਂ ਜੇ ਗੱਲ ਕਰਾਂ, ਫਿਰ ਮੈਂ ਜਿਹੜਾ ਕਹਿ ਸਕਦੇ ਹਾਂ ਕਿ ਮਾਰਕਸ ਅਤੇ ਐਂਗਲਸ ਦੀ ਦੋਸਤੀ ਦੀ ਗੱਲ ਕਰਦਾ। ਅਤੇ ਮੈਂ ਕਹਿੰਦਾ ਵੀ ਦੁਨੀਆ ਦੀ ਜਿਹੜੀ ਖੂਬਸੂਰਤ ਦੋਸਤੀਆਂ ਦੇ ਵਿੱਚੋਂ ਇੱਕ ਦੋਸਤੀ ਆ ਮੁਫਲਸੀ, ਅਤੇ ਉਹਦੇ ਵਿੱਚ ਕਿਵੇਂ ਜਿਹੜਾ ਮਾਰਕਸ ਸਾਰਾ ਕੁਛ ਹੈ ਨਾ ਲਿਖਦਾ ਹੈਗਾ, ਕਿਵੇਂ ਦੁਨੀਆ ਬਦਲ ਦਿੰਦੇ ਹੈਗੇ ਬਹੁਤ ਸੀਮਤ ਸਾਧਨਾਂ ਦੇ ਨਾਲ, ਬੜੇ ਉਹਦੇ ਨਾਲ ਜਿਹੜਾ ਇੱਕ ਮਤਲਬ ਕਹਿੰਦੇ ਮੁਫਲਸੀ ਦੇ ਵਿੱਚ ਰਹਿ ਕੇ
ਸੋ ਗਰੀਬੀ ਦੇ ਵਿੱਚ ਰਹਿ ਕੇ ਬੰਦਾ ਯਾਰ ਇੰਨਾ ਸਮਾਂ ਨਿੱਠ ਕੇ ਕੰਮ ਕਰਦਾ ਹੈਗਾ, ਉਹ ਤੁਸੀਂ ਉਹਦੇ ਚੀਜ਼ ਦੇਖਦੇ ਆ। ਫਿਰ ਤੁਸੀਂ ਇੱਕਦਮ ਕਰ ਲਓ, ਫਿਰ ਤੁਸੀਂ ਜੇਕਰ ਫਿਰ ਮੰਨ ਲਓ ਆਪਣੇ ਸਾਡੇ ਲੋਕਲ ਲਿਟਰੇਚਰ ਵੱਲ ਆ ਜਾਈਏ, ਆਪਣਾ ਤੁਸੀਂ ਜਿਹੜੀ ਗੱਲ ਹੈ ਪੱਤਰਕਾਰਤਾ ਦੀ ਗੱਲ ਕਰੋ, ਤੁਸੀਂ ਜੂਨ 84 ਦੀ ਜਸਪਾਲ ਸਿੱਧੂ ਹੋਰਾਂ ਦੀ ਕਿਤਾਬ ਪੜ੍ਹ ਲਓ, ਹੈ ਨਾ, ਤੁਹਾਨੂੰ ਪਤਾ ਲੱਗ ਜਾਂਦਾ ਵੀ ਉੱਥੇ ਜਿਹੜਾ ਕਹਿ 84 ਦੇ ਇਰਦ ਗਿਰਦ ਕਿੱਦਾਂ ਦਾ ਤਾਣਾ ਬਾਣਾ ਬੁਣਿਆ ਗਿਆ, ਕਿਹੜੀਆਂ ਸਿਆਸਤਾਂ ਸੀ, ਕੀ ਸੀ ਸਾਰਾ। ਫਿਰ ਤੁਸੀਂ ਇੱਕਦਮ ਤੁਸੀਂ ਚੱਲ ਜਾਓ ਰਾਜਮੋਹਨ ਗਾਂਧੀ ਦੀ ਤੁਸੀਂ ਗੱਲ ਕਰੋ, ਆਪਣਾ ਔਰੰਗਜ਼ੇਬ ਤੋਂ ਲੈ ਕੇ ਲਾਰਡ ਮਾਊਂਟ ਬੈਟਨ ਤੱਕ। ਤੁਸੀਂ ਜੋ ਅੱਜ ਦੇ ਪੰਜਾਬ ਨੂੰ ਸਮਝਣਾ ਚਾਹੁੰਦੇ ਆ ਤਾਂ ਉਹ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਉਹਦੇ ਵਿੱਚੋਂ ਸਮਝ ਆ ਜਾਂਦੀਆਂ ਨੇ ਤੁਸੀਂ ਜਦੋਂ ਉਹਨੂੰ ਪੜ੍ਹਦੇ ਆ। ਫਿਰ ਹੈਗਾ ਕਿ ਬੰਦੇ ਦੀ ਗੱਲ ਹੈ ਕਿ ਫਿਰ ਸਾਡੇ ਮਨਮੋਹਨ ਬਾਬਾ ਜੀ ਨੇ, ਉਹਨੇ ਤੁਸੀਂ 20,000 ਮੀਲ ਯਾਤਰਾ ਪੜ੍ਹ ਲਓ। ਫਿਰ ਤੁਸੀਂ ਜਿਹੜਾ ਕਹਿ ਸਕਦੇ ਆ ਕਿ ਤੁਸੀਂ ਹਰਮਨ ਹੈਸ ਇੰਗਲੈਂਡ ਇੱਥੋਂ ਆਪਣਾ ਇੰਡੀਆ ਦੇ ਵਿੱਚ ਜੰਮਿਆ, ਜਰਮਨ ਦਾ ਬੰਦਾ ਸੀ, ਉਹ ਨਾਵਲ ਲਿਖਦਾ ਸਿਧਾਰਥ ਵੀ, ਜਦੋਂ ਬੰਦੇ ਕੋਲੇ ਉਹ ਜੀਵਨ ਜਿਹੜਾ ਕਹਿ ਸਕਦੇ ਕਿ ਕਿਵੇਂ ਜਿਉਣਾ, ਉਹਦੇ 'ਚ ਹੈਗਾ ਕਿ ਤੁਹਾਨੂੰ ਮੈਂ ਹੁਣ 7 ਵੱਖ-ਵੱਖ ਫਲਸਫਿਆਂ ਦੀ ਗੱਲ ਕੀਤੀ ਆ। 7-8 ਇਹਨਾਂ ਫਲਸਫਿਆਂ ਦੇ ਵਿੱਚ ਬੰਦੇ ਨੇ ਆਪਣਾ ਰਾਹ ਚੂਜ਼ ਕਰਨਾ ਕਿ ਮੈਂ ਕਿਹੜੇ ਪਾਸੇ ਤੁਰਨਾ। ਅਤੇ ਫਿਰ ਜਿੱਦਾਂ ਆਪਾਂ ਪਹਿਲਾਂ ਗੱਲ ਕਹੀ ਹੈ ਕਿ ਡੂੰਘੇ ਸਮੁੰਦਰ ਦੀ ਤਾਰੀ ਆ ਲਿਟਰੇਚਰ, ਜਿਹਦੇ 'ਚ ਤੁਸੀਂ ਆਪਣੇ ਹਿੱਸੇ ਦੀ ਚੀਜ਼ ਲੱਭ ਸਕਦੇ ਹੋ, ਸਾਰਾ ਕੁਝ ਨਹੀਂ ਲੱਭ ਸਕਦੇ। ਤਾਂ ਇਹ ਯਤਨ ਆ ਇੱਕ, ਤਾਂ ਉਹ ਇਹ ਜਿਹੜਾ ਹੈਗਾ ਕੀਤਾ ਹੈਗਾ। ਸੋ ਸਾਰੀ ਟੀਮ ਆਸਟ੍ਰੇਲੀਆ, ਇੰਡੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਬੈਠੇ ਅਤੇ ਇਹ ਆਇਆ ਹੈਗਾ। ਸੋ ਪਹਿਲਾ ਅੰਕ ਆਇਆ, ਬਹੁਤ ਲੋਕਾਂ ਨੇ ਪਿਆਰ ਦਿੱਤਾ, ਬੜੇ ਫੀਡਬੈਕ ਵੀ ਆ ਰਹੇ ਆ, ਅਤੇ ਮਤਲਬ ਅਸੀਂ ਸਮਝਦੇ ਹਾਂ ਵੀ ਕੁਝ ਨਾ ਕੁਝ ਸਾਰਥਕ ਕੰਮ ਕੀਤਾ। ਮੇਰਾ ਨਾ ਕਈ ਵਾਰੀ ਚਿੱਤ ਕਰਦਾ ਹੁੰਦਾ, ਲੱਗੂਗਾ ਕਮਲੇ ਵਾਲੀ ਗੱਲ ਹੀ ਇਹ ਵੀ ਮਹਿਰ ਮੇਰੇ ਕੋਟ ਪੈਂਟ ਪਾਇਆ ਹੋਵੇ, ਟਾਈ ਟੂਈ ਲਾਈ ਹੋਵੇ ਐ ਪੂਰੀ ਐਂ ਕਰਕੇ ਨਾ, ਵੀ ਐਂ ਬਾਣ ਵਾਇਆ ਹੋਵੇ ਪੂਰਾ ਐ, ਤੇ ਵੀ ਮੈਂ ਜਾ ਕੇ ਲਟਣਾ ਉਹਦੇ 'ਚ, ਹੈ ਨਾ, ਵੀ ਪੂਰਾ ਇੱਦਾਂ ਮਤਲਬ ਹੋਵੇ, ਹੈ ਨਾ, ਸੀਨ ਬਣ ਸਕਦਾ ਹੈ। ਹਾਂ ਵੀ ਮਤਲਬ ਪੂਰਾ ਐ, ਮਤਲਬ ਤੁਸੀਂ ਹੋਮੋ ਐਨ ਵੀ ਪੂਰੇ ਟਾਈਫਾਈਡ ਫਿੱਟ ਐਨ ਕਰਕੇ ਪੂਰਾ ਕਰਕੇ, ਹੈ ਨਾ, ਤੇ ਐਂ ਕਰਦਾ। ਸੰਵੇਦਨਾ ਨਹੀਂ ਮਰਨੀ, ਹਾਂ ਨਹੀਂ ਮਰਨੀ ਚਾਹੀਦੀ। ਮੈਂ ਸੰਵੇਦਨਾ ਤਾਂ ਮੈਂ ਸਮਝਦਾ ਵੀ ਜੇ ਸੰਵੇਦਨਾ ਮਰ ਗਈ ਨਾ ਫਿਰ ਤਾਂ ਬਨੌਟੀ ਬਣ ਆ ਗਿਆ। ਸੋ ਇਹਦੀ ਜ਼ਾਹਰ ਵੀ ਨਹੀਂ ਕਰਦਾ ਬੰਦਾ, ਮਤਲਬ ਹਾਂ ਕਈ ਵਾਰੀ ਬੰਦਾ ਤਾਂ ਬਹੁਤ ਇਮੋਸ਼ਨਲ ਲੁਕਾਉਂਦਾ, ਬੰਦਾ ਤਾਂ ਬਹੁਤ ਮਤਲਬ ਆਏ ਨਹੀਂ ਮੈਂ ਗੱਲ ਕਹਿੰਦਾ ਵੀ ਮੈਂ ਨਹੀਂ ਆਪਣੇ ਇਮੋਸ਼ਨਸ ਲੁਕਾਉਂਦਾ ਹੋਊਗਾ, ਮੈਂ ਵੀ ਲੁਕਾਉਂਦਾ ਹੋਊਗਾ ਵੀ, ਪਰ ਜਿੱਦਾਂ ਕਹਿ ਦਈਏ ਵੀ ਆਪਾਂ ਲਿਟਰੇਚਰ ਕਰਕੇ ਜਾਂ ਜਿਹੜੀ ਆਕਰਮੀ ਸੂਖਮਤਾ ਹੋਣ ਕਰਕੇ ਵੀ ਬਹੁਤ ਸਾਰੀਆਂ ਚੀਜ਼ਾਂ ਤੋਂ ਇਵੇਂ ਲੱਗਦਾ ਵੀ ਉਸ ਰੂਪ ਦੇ ਵਿੱਚ ਨਹੀਂ ਗਰਕੇ, ਮਤਲਬ ਇਹਨੂੰ ਮੈਂ ਗਰਕਣਾ ਕਹਿੰਦਾ, ਹੈ ਨਾ, ਵੀ ਹਾਂ ਵੀ ਉਸ ਰੂਪ ਦੇ ਵਿੱਚ ਨਹੀਂ ਗਰਕੇ, ਵੀ ਜਿਸ ਤਰੀਕੇ ਨਾਲ ਆਮ ਸਮਾਜ ਗਰਕਿਆ ਇੱਕ ਹਿੱਸਾ ਹੈਗੇ ਆ, ਮਤਲਬ ਇੱਕ, ਪਰ ਉੱਥੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਨਹੀਂ ਯਾਰ ਆਹ ਹੋ ਰਿਹਾ ਹੈ, ਵੀ ਇਹ ਇੱਥੇ ਆਪਣੇ ਆਪ ਨੂੰ ਬਚਾ ਲਾ, ਹੈ ਨਾ, ਜਾਂ ਬਚਾ ਲਾ ਜਾਂ ਵੀ ਯਾਰ ਜਾਂ ਇੱਥੇ ਆਪਣੇ ਆਪ ਨੂੰ ਜਿਹੜੀ ਆ ਸਥਿਤੀ ਆ ਗਈ ਇੱਥੇ ਤੂੰ ਹੁਣ ਉਸ ਨੂੰ ਹੁਣ ਪਾਣੀ ਵਾਂਗੂ ਬਹਿ ਜਾ, ਵੀ ਸਰੈਂਡਰ ਕਰ ਦੇ ਆਪਦੇ ਆਪ ਨੂੰ, ਇੱਥੇ ਹੋਰ ਖੇਖਣ ਜੇ ਜਾਂ ਬਨੌਟੀ ਬਣ ਜਾਣਾ ਕਰ। ਸੋ ਮਤਲਬ ਇਹ ਚੀਜ਼ਾਂ ਨੇ। ਹੋਰ ਕੋਈ ਆਪਣੀ ਗੱਲ ਰਹਿ ਗਈ ਹੋਵੇ ਤਕਰੀਬਨ? ਮੈਂ ਇਹ ਸਮਝਦਾ ਵੀ ਜਿਹੜੀ ਤਾਸਮਨ ਦੇ ਲੈਵਲ ਦੀ ਮੇਰੀ ਪੋਇਟਰੀ ਨਹੀਂ ਹੈਗੀ, ਤਾਂ ਮੈਂ ਆਪਣੀ ਪੋਇਟਰੀ ਨੂੰ ਇਹਦੇ ਵਿੱਚ, ਜਾਂ ਮੈਂ ਇਹ ਨਹੀਂ ਕਿਹਾ ਵੀ ਮੈਂ ਬਤੌਰ ਸੰਪਾਦਕੀ ਟੀਮ 'ਚ ਹੋਣਾ ਤੇ ਮੇਰੀ ਕਵਿਤਾ ਤੁਸੀਂ ਸ਼ਾਮਲ ਕਰ ਲਓ। ਮੈਂ ਭਿੱਖੀ ਸਾਹਿਬ ਨੂੰ ਕਿਹਾ ਮੈਂ ਤੁਹਾਡੇ ਕੋਲ ਮੇਰੀ ਕਵਿਤਾਵਾਂ ਆਉਂਦੀਆਂ ਨੇ, ਜਦੋਂ ਤੁਹਾਨੂੰ ਲੱਗਿਆ ਵੀ ਉਦੋਂ ਸ਼ਾਮਲ ਕਰਿਓ, ਹੈ ਨਾ। ਸੋ ਜਿੱਦਾਂ ਹੁਣ ਮੈਂ ਕਵਿਤਾ ਦਾ ਬੂਹਾ ਇੱਥੋਂ ਦਾ ਅਤੇ ਆਸਟ੍ਰੇਲੀਆ ਦਾ ਅਸੀਂ ਕਰਦੇ ਹਾਂ, ਮੈਂ ਅਤੇ ਬਾਈ ਹਰਮਨ ਜਿਹੜਾ ਇੱਥੋਂ ਕਿਹੜਾ ਕਵੀ ਪੇਸ਼ ਕਰਨਾ, ਤਾਂ ਮਤਲਬ ਇਹ ਚੀਜ਼ ਆ ਵੀ ਕਵਿਤਾ ਆ ਰਹੀ ਆ, ਮਤਲਬ ਅਸੀਂ ਸਾਡੀ ਐਕਸਪੈਕਟੇਸ਼ਨ ਇਹ ਹੈ ਵੀ ਦੂਜੇ ਪਾਸੇ ਵੀ ਵਾਰਤਕ ਵੀ ਆਵੇ, ਇੱਥੋਂ ਦੀ ਕਹਾਣੀ ਵੀ ਆਵੇ, ਇੱਥੋਂ ਦੀਆਂ ਹੋਰ ਗੱਲਾਂ ਬਾਤਾਂ ਵੀ ਆਉਣ, ਇੱਥੋਂ ਦੇ ਜੀਵਨ ਬਾਰੇ ਕੋਈ ਆਰਟੀਕਲ ਵੀ ਕੁਛ ਨਾ ਕੁਛ ਮਤਲਬ ਲਿਖੇ ਜਾਣ, ਹੈ ਨਾ। ਤਾਂ ਫਿਰ ਉਹਦੇ ਨਾਲ ਥੋੜ੍ਹਾ ਜਿਹਾ ਉਹ ਫਿਰ ਤੁਹਾਨੂੰ ਝਲਕਾਰੇ ਪੈਣਗੇ, ਹਾਲੇ ਪੋਇਟਰੀ ਰਾਹੀਂ ਝਲਕਾਰੇ ਪੈ ਰਹੇ ਆ, ਅਤੇ ਪਰ ਉਮੀਦ ਆ ਵੀ ਜਦੋਂ ਇੱਕ ਮੰਚ ਬਣਦਾ ਫਿਰ ਮੰਚ ਦੇ ਉੱਤੇ ਹੌਲੀ ਹੌਲੀ ਕਹਿੰਦੇ ਹੁੰਦੇ ਵੀ ਘੁੰਗਰੂ ਪਾ ਕੇ ਨੱਚਣ ਵਾਲੇ ਵੀ ਆ ਹੀ ਜਾਂਦੇ ਆ। ਕਵਿਤਾ ਵੀ ਮੈਨੂੰ ਐਂ ਲੱਗਦਾ ਹੁੰਦਾ ਵੀ ਅਨੁਭਵ ਹੀ ਹੈ ਨਾ ਦੂਜੇ ਬੰਦੇ ਦਾ, ਬਿਲਕੁਲ ਤੇ ਤੁਹਾਨੂੰ ਕਵਿਤਾ ਪੜ੍ਹ ਕੇ, ਕਹਾਣੀ ਪੜ੍ਹ ਕੇ, ਨਾਵਲ ਤਾਂ ਸੁਦਾ ਹੀ ਉਸ ਬੰਦੇ ਨੇ ਆਪਣੇ ਆਲੇ ਦੁਆਲੇ ਨੂੰ ਕ੍ਰੀਏਟ ਕੀਤਾ ਹੁੰਦਾ, ਜੋ ਉਹਨੇ ਦੇਖਿਆ, ਜਿੱਦਾਂ ਦੇ ਉਹਨੇ ਕਰੈਕਟਰ ਦੇਖੇ, ਜਿੱਦਾਂ ਦਾ ਉਹ ਕਰੈਕਟਰ ਪਾਉਣਾ ਚਾਹੁੰਦਾ, ਜਿਹਦੇ ਮੂੰਹੋਂ ਕੀ ਕਹਾਉਣਾ ਚਾਹੁੰਦਾ, ਹਨਾ, ਉਹ ਪਾਏ ਹੁੰਦੇ ਆ। ਤੁਸੀਂ ਨਾਵਲ ਪੜ੍ਹਦੇ ਤੁਹਾਨੂੰ ਕਿੰਨੇ ਕਰੈਕਟਰਾਂ ਦਾ ਅਨੁਭਵ ਹੁੰਦਾ? ਬਹੁਤ। ਮੈਂ ਦੇਖੋ ਹੁਣ ਜਿਵੇਂ ਮਨਦੀਪ ਤੇਰੀ ਗੱਲ ਆ ਵੀ ਕਵਿਤਾ ਤੈਨੂੰ ਵਿਰਾਸਤ ਦੇ ਵਿੱਚ ਮਿਲ ਗਈ,
ਮਾਸਟਰ ਸਾਧੂ ਸਿੰਘ ਤੋਂ ਤੇ ਮੁਖਤਿਆਰ ਸਿੰਘ ਤੋਂ, ਹਨਾ। ਹਾਂਜੀ ਸੋ ਨਾਲ ਲਿਟਰੇਚਰ ਵੀ ਮਿਲ ਗਿਆ ਉਹਨੂੰ। ਹੁਣ ਤੂੰ ਅੱਗੇ ਅਗਲੇ ਮੁਕਾਮ ਦੇ ਉੱਤੇ ਤੂੰ ਮਤਲਬ ਆਪਣੇ ਉਹਦੇ ਨਾਲ ਲੈ ਕੇ ਚੱਲਿਆ। ਹੁਣ ਇਵੇਂ ਮੈਂ ਆ ਵੀ ਮੈਨੂੰ ਜਿਹੜਾ ਲਿਟਰੇਚਰ ਆ ਜਾਂ ਮਤਲਬ ਵੀ ਇਹ ਸੂਖਮ, ਮੈਨੂੰ ਆਦੇ ਤਾਇਆ ਜੀ ਤੋਂ ਮਾਸਟਰ ਸੀ, ਸਾਡੇ ਅਖਬਾਰ ਆਉਂਦੇ ਸੀ, ਰਸਾਲੇ ਆਉਂਦੇ, ਸਾਰਾ ਕੁਝ ਤਕਰੀਬਨ ਉਹਨਾਂ ਤੋਂ ਮਿਲੀ। ਕਹਾਣੀਆਂ ਮੈਨੂੰ ਮੇਰੇ ਬਾਪ ਤੋਂ ਮਿਲੀਆਂ, ਕਿਉਂਕਿ ਉਹਨੇ ਕਹਾਣੀਆਂ ਮੈਨੂੰ ਸੁਣਾਈਆਂ ਬਹੁਤ ਫੌਜ ਦੀਆਂ, ਉਹਦੇ ਆਪਣੇ ਤਜਰਬੇ। ਤਾਂ ਮਤਲਬ ਸਾਡੀ ਇੱਕ ਮਿੱਤਰਤਾ ਸੀ, ਹੈ ਨਾ। ਸੋ ਉਹ ਕਹਾਣੀਆਂ ਦੇ ਵਿੱਚੋਂ ਚੀਜ਼ਾਂ ਮਤਲਬ ਨਿਕਲ ਕੇ ਆਈਆਂ। ਮੇਰਾ ਡੈਡੀ ਇੱਕ ਮੈਨੂੰ ਕਹਾਣੀ ਮੈਂ ਤਾਂ ਛੋਟੀ ਜੀ ਮੈਂ ਸੁਣਾਊਂਗਾ ਵੀ ਮੇਰਾ ਡੈਡੀ ਕਹਿੰਦਾ ਵੀ ਸੰਨ 71 ਦੀ ਜੰਗ ਲੱਗੀ ਹੋਈ ਸੀ। ਜਦੋਂ ਜੰਗ ਲੱਗੀ ਹੋਈ ਤੇ ਉਹ ਬੰਗਲਾਦੇਸ਼ ਦੇ ਮੋਰਚੇ ਦੇ ਉੱਤੇ, ਬੰਗਲਾਦੇਸ਼ ਤਾਂ ਬਣਿਆ ਖੈਰ ਉਦੋਂ ਉਹ ਜਿਹੜਾ ਈਸਟ ਪਾਕਿਸਤਾਨ ਸੀ, ਹੈ ਨਾ। ਤਾਂ ਉੱਥੇ ਜਦੋਂ ਜਿਹੜੀ ਆਪਣੀ ਜਿਹਨੂੰ ਮੁਕਤੀ ਬਾਣੀ ਕਹਿੰਦੇ ਹੈਗੇ, ਉਹ ਫੌਜ ਦੇ ਵਿੱਚ ਗਏ। ਉਹ ਕਹਿੰਦੇ ਗੰਨੇ ਦੇ ਖੇਤ ਦੇ ਵਿੱਚ 3 ਤੋਪਾਂ ਲੱਗੀਆਂ ਹੋਈਆਂ ਤੇ ਡੈਡੀ ਮੇਰੇ ਹੌਲਦਾਰ ਸੀ ਤੇ ਉਹ ਹੌਲਦਾਰ ਉਸ ਮੌਕੇ ਉਹ 3 ਤੋਪਾਂ ਦੇ ਜਿੱਦਾਂ ਇੰਚਾਰਜ ਸੀ। ਉਹ ਕਹਿੰਦੇ ਯਾਰ ਨਾ ਉੱਥੇ ਹੋਇਆ ਕਿ ਨੇੜੇ ਪਿੰਡ ਖਾਲੀ ਸੀ। ਇੱਕ ਮੁੰਡੇ ਨੇ ਕਿਹਾ, ਕਹਿੰਦਾ ਦੇਖੋ ਉਹੋ ਜਿਹੇ ਆਪਣੇ ਕੋਲ ਤਜਰਬੇ ਨਹੀਂ ਹੋ ਸਕਦੇ ਉਹ ਕਦੇ ਵੀ ਨਾ ਜਿਹੜੇ ਉਹਨਾਂ ਦੇ ਆ। ਉਹ ਕਹਿੰਦੇ ਕਿਹਾ ਵੀ ਯਾਰ ਪਿੰਡ ਖਾਲੀ ਪਿਆ, ਵੀ ਇਹ ਫੌਜ ਦੀ ਇੱਕ ਆਮ ਪ੍ਰਵਿਰਤੀ ਹੁੰਦੀ ਆ ਵੀ ਆਪਾਂ ਉੱਥੇ ਜਾ ਕੇ ਦੇਖੀਏ ਵੀ ਕੁਛ ਚੀਜ਼ ਜਾਂ ਲੁੱਟਣ ਵਾਲਾ ਜਾਂ ਕੁਛ ਹੋਰ ਉਹ ਹੈ ਨਾ ਕਰੀਏ। ਤੇ ਉਹ ਕਹਿੰਦੇ ਵੀ ਉਹਨੇ ਮਤਲਬ ਡੈਡੀ ਕਹਿੰਦੇ ਵੀ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਜਾਣਾ, ਹੈ ਨਾ। ਤੇ ਇੱਕ ਵਾਰੀ ਪਹਿਲਾਂ ਫਿਰ ਉਹ ਫੇਰ ਕਹਿਣ ਲੱਗ ਗਏ। ਫਿਰ ਕਹਿੰਦੇ ਵੀ ਮਤਲਬ ਜਿਹੜਾ ਕਹਿੰਦੇ ਹੁੰਦੇ ਨੇ ਕਿ ਵੀ ਆਪਣਾ ਫਿਰ ਮਨ ਦੇ ਵਿੱਚ ਦਵੰਧ ਚੱਲ ਪਿਆ ਤੇ ਆਪਣਾ ਉਹ ਜਦੋਂ ਦਵੰਧ ਚੱਲ ਪਿਆ ਤੇ ਉਹ ਕਹਿੰਦੇ ਵੀ ਉਹ ਨਾਲ ਦੇ ਵੀ ਸਹਿਮਤ ਹੋ ਗਏ। ਕਹਿੰਦੇ ਵੀ ਫਿਰ ਮੈਂ ਕਰਦਾ ਤੁਰਦਾ ਫਿਰ ਇੱਕ ਬੰਦੇ ਦੇ ਵਿੱਚ ਨਾ, ਬੰਦੇ ਦੇ ਅੰਦਰ ਵੀ 2 ਬੰਦੇ ਹੁੰਦੇ ਆ। ਉਹ ਕਹਿੰਦੇ ਵੀ ਮੈਂ ਕਹਿੰਦੇ ਵੀ ਜਵਾਬ ਦੇਤਾ, ਮੈਂ ਕਿਹਾ ਯਾਰ ਮੈਂ ਨਹੀਂ ਜਾਣਾਗਾ ਤੇ ਵੀ ਤੁਸੀਂ ਦੇਖ ਲਓ ਵੀ। ਪਰ ਇੰਚਾਰਜ ਸੀ ਉਹਦੇ ਕਰਕੇ ਤੇ ਉਹ ਕਹਿੰਦੇ ਵੀ ਸੇਮ ਟਾਈਮ ਜਦੋਂ ਸਹਿਮਤੀ ਬਣੀ ਵੀ ਜਿੱਦਾਂ ਆਏ ਉਸੇ ਤਾਂ ਵੀ 2 ਬੰਬ ਆਉਂਦੇ ਆ। ਉਹ ਜਿਹੜੇ ਦੋਨਾਂ ਜਿਹੜੇ ਜਾਣ ਦਾ ਪਲਾਨ ਬਣਾ ਰਹੇ ਸੀ ਉਹ ਦੋਨਾਂ ਦੇ ਉੱਤੇ ਆ ਕੇ ਡਿੱਗਦੇ ਆ। ਉਹ ਮਰ ਜਾਂਦੇ ਆ, ਅਸੀਂ ਵਿਚਾਲੇ ਤੋਪ ਰਹਿ ਜਾਂਦੇ ਆ ਇਕੱਲੀ। ਮਤਲਬ ਉਹ ਕਹਿੰਦੇ ਵੀ ਉਸ ਚੀਜ਼ ਨੇ ਮੈਨੂੰ ਇਹ ਗੱਲ ਨੂੰ ਕਰਤਾ ਵੀ ਪਤਾ ਨਹੀਂ ਉਹ ਤਜਰਬਾ ਇਹਨੂੰ ਅਧਿਆਤਮ ਐਂਗਲ ਤੋਂ ਵੀ ਆਪਾਂ ਲੈ ਸਕਦੇ ਜਾਂ ਹੋਰ ਤੋਂ ਵੀ ਲੈ ਲੈਂਦੇ ਆ। ਉਹ ਕਹਿੰਦੇ ਵੀ ਉਸ ਚੀਜ਼ ਨੇ ਜ਼ਿੰਦਗੀ ਪ੍ਰਤੀ ਜਿਹੜੀ ਇਮਾਨਦਾਰੀ ਆ ਉਹਨੇ ਮੈਨੂੰ ਮਤਲਬ ਜਿਹੜਾ ਕਹਿ ਸਕਦੇ ਆ ਕਿ ਆਪਣਾ ਵੀ ਉਹ ਕਰਤਾ ਵੀ ਯਾਰ ਇਹ ਨਹੀਂ ਕੰਮ ਕਰਨਾ। ਮੈਂ ਨਾ ਪਹਿਲਾਂ ਕਾਰਪੇਟ ਕਲੀਨਿੰਗ ਤੇ ਪੈਸਟ ਕੰਟਰੋਲ ਲੰਮਾ ਸਮਾਂ ਪਹਿਲਾਂ ਕਰਦਾ ਹੁੰਦਾ ਸੀ। ਕਿਸੇ ਦੀ ਮੈਂ ਦੁਕਾਨ ਦੇ ਉੱਤੇ ਕਾਰਪੇਟ ਕਲੀਨਿੰਗ ਤੇ ਪੈਸਟ ਕੰਟਰੋਲ ਕਰਨ ਗਿਆ। ਉਹਨੇ ਨਾ ਜੀ ਮਤਲਬ ਉਹਨੇ ਪੈਸੇ ਮਤਲਬ ਜਿੱਦਾਂ ਉਹਨੇ ਮੈਨੂੰ ਜਿਹੜੇ ਹੈਗੇ ਆ ਕਿ $180 ਦੇਣੇ ਸੀ। ਨਿੱਕੀ ਗੱਲ ਆ ਬਹੁਤ, $180 ਦੇਣੇ ਸੀ। ਉਹਨੇ 20 ਦੇ ਨੋਟ ਦਿੱਤੇ, ਉਹਨੇ $220 ਦਿੱਤੇ। ਮੈਂ ਉਹਨੂੰ ਗਿਣਦੇ ਨੂੰ ਵੀ ਨਾਲ ਦੇਖ ਰਿਹਾ, ਕਿਉਂਕਿ ਮੈਂ ਜਿਹੜਾ ਕੰਮ ਕਰਦੇ ਨਾ ਥੋੜੀ ਆਪਣਾ ਹੁੰਦਾ ਯਾਰ ਵੀ ਮੇਰੇ ਹੱਕ ਵੀ ਉਹ ਬੰਦਾ ਗਿਣ ਰਿਹਾ ਵੀ ਕਿੰਨੇ ਪੈਸੇ ਆ। ਉਹ $220 ਉਹਨੇ ਮੈਨੂੰ ਦੇਤੇ, ਯਾਨੀ ਕਿ 4 ਨੋਟ ਉਹ ਭੁਲੇਖੇ 'ਚ ਹੀ, ਕਿਉਂਕਿ ਨਾਲ ਉਹ ਕੰਮ ਵੀ ਕਰ ਰਿਹਾ ਸੀ, ਉਹ ਤੋਂ ਭੁਲੇਖੇ 'ਚ 2 ਨੋਟ ਐਕਸਟਰਾ ਦਿੱਤੇ ਗਏ, $40 ਐਕਸਟਰਾ। ਮੈਂ ਤਾਂ ਫੜ ਵੀ ਲਏ, ਮੈਂ ਫੜ ਲਏ ਤੇ ਮੈਂ ਕਿਹਾ ਵੀ ਯਾਰ ਹੋਇਆ ਵੀ ਐਕਚੁਅਲੀ ਕੀ ਸੀਗਾ ਵੀ ਮੈਂ ਜੌਬ ਦਾ ਉਹਨੂੰ ਘੱਟ ਜਿਹੜਾ ਕਹਿੰਦੇ ਹੁੰਦੇ ਨੇ ਕਿ ਕੋਡ ਦਿੱਤਾ ਸੀ, ਹੈ ਨਾ। ਮੈਂ ਕਿਹਾ ਯਾਰ ਤਾਂ ਵਧੀਆ ਹੋ ਗਿਆ, ਹੈ ਨਾ। ਤੇ ਵਧੀਆ ਹੋ ਗਿਆ ਤੇ ਮੈਂ ਬਾਹਰ ਗੱਡੀ ਕੋਲੇ ਆ ਗਿਆ। ਮੈਂ ਫਿਰ ਨੋਟ ਗਿਣ ਕੇ ਮੈਂ ਬਟੂਏ 'ਚ ਪਾ ਰਿਹਾ। ਫਿਰ ਮੈਂ ਕਿਹਾ ਯਾਰ ਇਹ ਤਾਂ ਗੱਡੀ ਉਹ ਗੱਲ ਆ, ਹੈ ਨਾ। ਫਿਰ ਮੈਂ ਉੱਥੇ ਜਾ ਕੇ ਮਨ ਬਣਾਇਆ ਵੀ ਨਹੀਂ, ਮੈਂ ਨਾ ਫਿਰ ਅੰਦਰ ਨੂੰ ਗਿਆ, ਮੈਂ ਉਹਨੂੰ $40 ਦਿਆ। ਮੈਂ ਕਿਹਾ ਵੀ ਬ੍ਰਦਰ ਤੇਰੇ ਐਕਸਟਰਾ ਮਤਲਬ ਵੀ ਇਹ ਆ ਗਏ ਸੀਗੇ। ਉਹਨੂੰ ਆਪਦੀ ਗੱਲ ਨਹੀਂ ਦੱਸੀ ਵੀ ਮੈਂ ਤਾਂ ਯਾਰ ਪੂਰੀ ਮੇਰੀ ਬੇਈਮਾਨੀ ਨਾਲ ਤਾਂ ਪੂਰਾ ਉਹ ਚੱਲ ਰਿਹਾ ਸੀ, ਹੈ ਨਾ ਸਿਸਟਮ, ਚਰਮ ਸੀਮਾ ਤੇ ਸੀ। ਹਾਂ ਮਤਲਬ ਇੱਕ ਪਲ ਹੁੰਦਾ ਜੀਵਨ ਦੇ ਵਿੱਚ ਨਾ, ਇੱਕ ਪਲ ਹੁੰਦਾ, ਉਸ ਪਲ ਦੇ ਨਾਲ ਤੁਸੀਂ ਇੱਧਰਲੇ ਪਾਸੇ ਵੀ ਗਰਕ ਵੀ ਸਕਦੇ ਆ, ਤੁਸੀਂ ਦੂਜੇ ਪਾਸੇ ਵੀ ਜਾ ਸਕਦੇ ਆ। ਤਾਂ ਉਹਦੇ ਵਿੱਚ ਮੈਂ ਸਮਝਦਾ ਵੀ ਉਹ ਲਿਟਰੇਚਰ ਕਰਕੇ ਆਪਣੇ ਕੋਲ ਉਹ ਚੀਜ਼ ਆਈ ਹੈ ਵੀ ਉਹ ਉਸ ਪਲ ਦੇ ਉੱਤੇ ਆਪਣੇ ਆਪ ਨੂੰ ਟਣਕਦਾ ਤੇ ਕਣਕਦਾ ਰਹਿੰਦਾ ਹੈਗਾ ਵੀ ਯਾਰ ਆਹ ਕਰਕੇ ਆ। ਤਾਂ ਉਹ ਗੱਲ $40 ਦੀ ਨਹੀਂ, ਗੱਲ ਹੈਗੀ ਆ ਤੁਹਾਡੀ ਉਹਦੀ ਵੀ ਤੁਸੀਂ ਕਮਿਟਮੈਂਟ ਅਗਲੇ ਨਾਲ ਕੀ ਕੀਤੀ ਹੈ ਤੇ ਕਿਵੇਂ ਉਹ ਕੀਤੀ ਹੈ। ਮੈਨੂੰ ਹਜੇ ਵੀ ਮੈਂ ਕੋਈ ਚੰਗੀ ਕੋਈ ਕਹਾਣੀ ਪੜ੍ਹਾਂ, ਚੰਗਾ ਨੋਵਲ ਪੜ੍ਹਾਂ ਜਾਂ ਮਤਲਬ ਚੰਗੀ ਫਿਲਮ ਦੇਖ ਲਵਾਂ ਜਿਹਦੇ 'ਚ ਬਹੁਤ ਇਮੋਸ਼ਨਸ ਦੇ ਨਾਲ ਉਹ ਭਰਪੂਰ ਹੋਵੇ, ਤਾਂ ਮਤਲਬ ਹਜੇ ਵੀ ਮਤਲਬ ਵੀ ਹਜੇ ਨਹੀਂ, ਮਤਲਬ ਵੈਸੇ ਬੰਦਾ ਉਹੀ ਹੁੰਦਾ ਵੀ ਹਜੇ ਵੀ ਤਾਂ ਮਤਲਬ ਹੀ ਨਹੀਂ। ਖੈਰ ਕੋਈ ਇਹ ਮੇਰਾ ਸਵਾਲ ਹੀ ਗਲਤ ਆ ਵੀ ਮੈਂ ਰੋ ਪੈਂਦਾ, ਹੈ ਨਾ। ਤਾਂ ਉਹ ਕਈ ਵਾਰੀ ਜਿੱਦਾਂ ਮੇਰੀ ਵਾਈਫ ਵੀ ਜਾਂ ਮਤਲਬ ਬੇਟਾ ਵੀ ਉਹ ਮੇਰੇ ਕੋਲ ਨਹੀਂ ਆਏ ਝਾਕਣਗੇ ਵੀ, ਹੈ ਨਾ, ਵੀ ਸਰਾਜ ਕੋਈ ਪਾਪਾ ਰੋ ਰਿਹਾ, ਹੈ ਨਾ।
ਤੇ ਉਹ ਇੱਕ ਆਮ ਤੌਰ ਤੇ ਸਾਡੇ ਪੰਜਾਬੀਆਂ ਦੀ ਧਾਰਨਾ ਵੀ ਯਾਰ ਮਰਦ ਆਪਣੇ ਹੰਝੂ ਲੁਕੋ ਲੈਂਦਾ ਹੈ ਨਾ, ਮੈਨੂੰ ਲੱਗਦਾ ਵੀ ਇਹ ਧਾਰਨਾ ਵੀ ਖੈਰ ਗਲਤ ਆ ਹੈ ਨਾ। ਤਾਂ ਉਹਦੇ ਵਿੱਚ ਕੀ ਹੈਗਾ ਕਿ ਉਹ ਮੈਂ ਜਿੱਦਾਂ ਮੈਂ ਮਨੋਜ ਬਾਜਪੇਈ ਦੀ ਫਿਲਮ ਸੀ 1971 ਪ੍ਰੀਜ਼ਨ ਵਾਰ, ਤਾਂ ਉਹ ਇੱਕ ਫੌਜੀ ਨੇ ਜਿਹੜੇ ਮਤਲਬ 71 ਦੀ ਜੰਗ ਦੇ ਵਿੱਚ ਫੜੇ ਜਾਂਦੇ ਆ ਤੇ ਉੱਥੇ ਉਹ ਛੁੱਟ ਕੇ ਵਾਪਸ ਕਿਵੇਂ ਉਹਨਾਂ ਦੀ ਸਾਰੀ ਆ, ਜਦੋਂ ਲਾਸਟ ਦੇ ਵਿੱਚ ਮਨੋਜ ਬਾਜਪੇਈ ਜਦੋਂ ਮਰਦਾ ਨਾ, ਉਹ ਮਤਲਬ ਸੀਨ ਦੇਖ ਕੇ ਨਾ ਮੈਂ ਇੱਕ ਦਿਨ ਨਹੀਂ ਮਤਲਬ ਮੈਂ 2-3 ਦਿਨ ਲਗਾਤਾਰ ਐ ਵਕਫਾ ਲੈ ਕੇ ਮਤਲਬ ਐਂ ਰੋਂਦਾ ਰਿਹਾ। ਮੈਨੂੰ ਐਂ ਲੱਗਿਆ ਵੀ ਯਾਰ ਕੋਈ ਯਾਰ ਮੇਰੇ ਨਾ ਆਪਦਾ ਮਤਲਬ ਵੀ ਘਰ ਦਾ ਬੰਦਾ ਕੋਈ ਮਤਲਬ ਹੀ ਮਰ ਗਿਆ ਹੈ ਨਾ। ਸੋ ਮਤਲਬ ਇਹ ਸੀਨ ਦੇ ਵਿੱਚ ਦਮ ਆ ਇੱਕ, ਜਾਂ ਕਿਸੇ ਦੇ ਬੰਦੇ ਦੀ ਐਕਟਿੰਗ ਦੇ ਵਿੱਚ ਦਮ ਆ, ਜਾਂ ਬੰਦੇ ਦੇ ਉਹ ਹੈ ਨਾ ਦਮ ਆ। ਤੋ ਅੱਜ ਵੀ ਮੈਂ ਉਹਨੂੰ ਫਿਲਮ ਨੂੰ ਦੇਖਦਾ। ਸੋ ਮਤਲਬ ਉਹਦੇ ਪਿੱਛੇ ਕਦੀ ਕਾਰਨ ਵੀ ਹੈ ਕਿ ਜਿੱਦਾਂ ਸਾਡਾ ਪਰਿਵਾਰ ਚਲੋ ਫੌਜ ਦੇ ਵਿੱਚ ਜ਼ਿਆਦਾ ਰਿਹਾ, ਮੇਰਾ ਡੈਡੀ ਵੀ ਤੇ ਮਤਲਬ ਮੇਰਾ ਦਾਦਾ ਵੀ, ਦਾਦੇ ਦਾ ਭਰਾ ਵੀ, ਸਾਰੇ ਪਰਿਵਾਰ ਦੇ ਵਿੱਚੋਂ ਹੈ ਨਾ ਬੰਦੇ, ਤਾਂ ਉਹ ਜਿਹੜੇ ਕਹਿ ਸਕਦੇ ਆ ਵੀ ਜਿੱਦਾਂ ਉਹ ਗਏ, ਜਿੱਦਾਂ ਫਸਟ ਵਰਲਡ ਵਾਰ ਦੇ ਵਿੱਚ ਗੱਲੀ ਪੋਲੀ ਦੀ ਜਿਹੜੀ ਲੜਾਈ ਹੋਈ ਆ, ਜਿਹਨੂੰ ਬੜਾ ਇੱਥੇ ਵੀ ਆਪਾਂ ਐਂਜੈਕ ਡੇ ਮਨਾਉਂਦੇ ਆ ਹੈ ਨਾ, ਤਾਂ ਉਹ ਮੁੜ ਕੇ ਨਹੀਂ ਆਏ, ਉੱਥੇ ਹੀ ਰਹਿ ਗਏ ਉਹ। ਬਹੁਤ ਧੰਨਵਾਦੀ ਆ ਉਹ, ਧੰਨਵਾਦੀ ਇਸ ਕਰਕੇ ਵੀ ਯਾਰ ਮੈਨੂੰ ਲਿਟਰੇਚਰ ਜਾਂ ਇਹੋ ਜਿਹੀ ਸੂਖਮਤਾ ਮਤਲਬ ਮਿਲ ਗਈ। ਉਹ ਕਿਤੇ ਉਹ ਕੋਈ ਮਾਹੌਲ ਹੀ ਇਹੋ ਜਿਹਾ ਬਣ ਗਿਆ ਹੈ ਨਾ, ਕੋਈ ਮਤਲਬ ਜਿੱਦਾਂ ਕਹਿੰਦੇ ਹੁੰਦੇ ਨੇ ਕਿ ਕੋਈ ਸਿਚੁਏਸ਼ਨ ਇਹੋ ਜਿਹੀਆਂ ਬਣ ਗਈਆਂ ਵੀ ਇਹ ਹੌਲੀ ਹੌਲੀ ਪੈ ਗਿਆ। ਆਪਾਂ ਤੁਸੀਂ ਦੇਖ ਰਹੇ ਆ ਜੀ ਹੈ ਨਾ। ਸੋ ਜੇ ਕਿਸੇ ਨੇ ਮਤਲਬ ਨਿਊਜ਼ੀਲੈਂਡ ਤੋਂ ਹੈਗਾ ਕਿ ਕੋਈ ਤਾਸਮਨ ਦੇ ਨਾਲ ਰਾਬਤਾ ਕਰਨਾ ਜਾਂ ਇਹਦੇ ਨਾਲ ਸਾਂਝ ਪਾਉਣੀ ਆ, ਤਾਂ ਉਹ ਨੰਬਰ ਆ। ਤੇ ਆਸਟ੍ਰੇਲੀਆ ਤੋਂ ਕਿਸੇ ਨੇ ਸਾਡੇ ਮਿੱਤਰ ਪਿਆਰੇ ਨੇ ਕੋਈ ਜਿਹੜਾ ਪੜ੍ਹਨਾ ਚਾਹੁੰਦਾ ਜਾਂ ਹੋਰ ਹਰਮਨਦੀਪ ਗਿੱਲ ਹੋਰਾਂ ਦਾ ਨੰਬਰ ਸਾਰਾ ਸੰਪਰਕ ਆ। ਇੰਡੀਆ ਤੋਂ ਸਤਪਾਲ ਭਿੱਖੀ ਹੋਰਾਂ ਦਾ ਜਿਹੜੇ ਉਹਨਾਂ ਦਾ ਹੈਗਾ, ਅਤੇ ਡਾਕਟਰ ਸ਼ਮੀਰ ਸ਼ੰਮੀ ਹੋਰਾਂ ਦਾ ਸੰਪਰਕ ਆ। ਅਤੇ ਜਿਹਨੇ ਐਡ ਵੀ ਦੇਣੀ ਅਸੀਂ ਉਹ ਵੀ ਕਹਿ ਦਿੰਦੇ ਹਾਂ ਹੈ ਨਾ, ਤਾਂ ਉਹ ਸਾਡੇ ਮੈਨੇਜਰ ਨੇ ਵਰਿੰਦਰ ਅਲੀ ਸ਼ੇਰ, ਤਾਂ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਆ। ਤਾਂ ਇਹ ਅਤੇ ਆਹ ਹੈਗਾ ਜੇ ਕੋਈ ਸਾਨੂੰ ਰਚਨਾ ਭੇਜਣਾ ਚਾਹੁੰਦੇ ਆ ਤਾਂ ਆਹ ਸਾਡਾ ਜਿਹੜਾ ਹੈਗਾ ਕਿ ਜੀ ਰਚਨਾ ਲਈ ਈਮੇਲ ID ਹੈ editor@tasmanpunjabi.com। ਪੱਤਰ ਵਿਹਾਰ ਲਈ ਪਤਾ ਜਿਹੜਾ ਹੈ ਕਿ MIG 590 ਫੇਜ਼ 1 ਅਰਬਨ ਸਟੇਟ ਪਟਿਆਲਾ 147002 ਸੰਪਰਕ ਨੰਬਰ ਵੀ ਦਿੱਤੇ ਹੋਏ ਹੈਗੇ, ਅਤੇ ਸਾਰਾ ਕੁਛ ਹੈਗਾ, ਸੰਪਰਕ ਕਰ ਲਿਓ। ਅਕਾਊਂਟ ਨੰਬਰ ਅਸੀਂ ਤੁਹਾਨੂੰ ਆਪੇ ਦੇ ਦਾਂਗੇ। ਬੜੀ ਮੁਸ਼ਕਿਲ ਹੈ ਪਰ ਕਰਕੇ ਹਿਫਾਜ਼ਤ ਸਾਂਭ ਰੱਖੀ ਹੈ, ਮੈਂ ਤੇਰੇ ਸ਼ਹਿਰ ਵਿੱਚ ਹੁਣ ਤੱਕ ਸ਼ਰਾਫਤ ਸਾਂਭ ਰੱਖੀ ਹੈ। ਕਰੋਗੇ ਕੀ ਗਿਲਾ ਇਹਨਾਂ ਵਰਗਲਾਏ ਜੁਗਨੂਆਂ ਉੱਤੇ, ਚਿਰਾਗਾਂ ਨੇ ਹੀ ਜਦ ਥੱਲੇ ਜਲਾਲਤ ਸਾਂਭ ਰੱਖੀ ਹੈ। ਵੱਖ ਹੈ ਨਜ਼ਰੀਆ ਅਕਸਰ ਦਲੀਲਾਂ ਤਲਖ ਹੋ ਜਾਵਣ, ਮਜ਼ਾ ਹੈ ਬਹਿਸ ਵਿੱਚ ਵੀ ਜੇ ਲਿਆਕਤ ਸਾਂਭ ਰੱਖੀ ਹੈ। ਕਰਮ ਸੁਣਿਆ ਉਹ ਹੁਣ ਵੀ ਉੱਡਦਿਆਂ ਦੇ ਖੰਭ ਗਿਣ ਦਿੰਦਾ ਹੈ, ਉਹਨੇ ਹਾਸਲ ਜੋ ਕੀਤੀ ਸੀ ਮਹਾਰਤ ਸਾਂਭ ਰੱਖੀ ਹੈ, ਉਹਨੇ ਹਾਸਲ ਜੋ ਕੀਤੀ ਸੀ ਮਹਾਰਤ ਸਾਂਭ ਰੱਖੀ ਹੈ।